ਮਾਝ ਰਾਗ ਮਾਝ ਮਹਿਲਾ ਪੰਜਵਾਂ। ਸਾ ਰੁੱਤ ਸੁਹਾਵੀ ਜਿਤ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ। ਰੁੱਤ ਦਾ ਮਤਲਬ ਮੌਸਮ, ਸਮਾਂ। ਸੁਹਾਵੀ ਦਾ ਮਤਲਬ ਸੁਹਾਵਣੀ, ਸੁਖ ਦੇਣ ਵਾਲੀ। ਸੰਭਾਲੀ ਦਾ ਮਤਲਬ ਯਾਦ ਕਰਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਰੁੱਤ ਸੁਹਾਵਣੀ ਹੈ ਜਿਸ ਰੁੱਤ ਦੇ ਅੰਦਰ, ਜਿਸ ਸਮੇਂ ਦੇ ਅੰਦਰ हे ਪ੍ਰਭੂ ਤੈਨੂੰ ਯਾਦ ਕੀਤਾ ਜਾਏ, ਉਹ ਸਮਾਂ ਸੁਹਾਵਣਾ ਹੈ। ਸੋ ਕੰਮ ਸੁਹੇਲਾ ਜੋ ਤੇਰੀ ਘਾਲੀ। ਸੁਹੇਲਾ ਦਾ ਮਤਲਬ ਸੁਖਦਾਈ, ਘਾਲੀ ਦਾ ਮਤਲਬ ਘਾਲਣਾ ਵਿੱਚ, ਸੇਵਾ ਵਿੱਚ, ਤੇਰੇ ਹੁਕਮ ਦੇ ਅੰਦਰ। ਜਿਹੜਾ ਕੰਮ ਤੇਰੀ ਰਜ਼ਾ ਵਿੱਚ ਕਰਦਾ ਹਾਂ ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ। ਹੁਣ ਦੇਖੋ ਇੱਥੇ ਦੋ ਗੱਲਾਂ ਨੇ। ਆਮ ਕਰਕੇ ਬੰਦਾ ਕਹਿੰਦਾ ਸਰਦੀ ਦਾ ਮੌਸਮ ਠੀਕ ਹੈ, ਕੋਈ ਕਹਿੰਦਾ ਗਰਮੀ ਦਾ, ਕੋਈ ਕਹਿੰਦਾ ਬਸੰਤ ਦਾ। ਅਲੱਗ-ਅਲੱਗ ਆਪੋ ਆਪਣੇ ਵਿਚਾਰ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਅਸਲ ਦੇ ਅੰਦਰ ਉਹ ਮੌਸਮ, ਉਹ ਸਮਾਂ ਸੁਹਾਵਣਾ ਹੁੰਦਾ ਹੈ ਜਦੋਂ ਅਸੀਂ ਪ੍ਰਭੂ ਦੀ ਯਾਦ ਵਿੱਚ ਜੀ ਰਹੇ ਹਾਂ। ਮੀਨਸ ਕਿ ਜਦੋਂ ਅਸੀਂ ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਹਾਂ। ਇਸੇ ਤਰ੍ਹਾਂ ਹਰ ਬੰਦਾ ਸੋਚਦਾ ਹੈ ਕਿ ਇਹ ਕੰਮ ਜਾਂ ਦੂਜਾ ਕੰਮ ਸੁੱਖ ਦੇਣ ਵਾਲਾ ਹੈ, ਪਰ ਗੁਰੂ ਜੀ ਕਹਿੰਦੇ ਨੇ ਹਰ ਉਹ ਕੰਮ ਜੋ ਰੱਬੀ ਰਜ਼ਾ ਦੇ ਅੰਦਰ ਕੀਤਾ ਜਾਂਦਾ ਹੈ, ਕੁਦਰਤੀ ਨੇਮਾਂ ਦੇ ਅੰਦਰ ਕੀਤਾ ਜਾਂਦਾ ਹੈ, ਜੋ ਗੁਣਾਂ ਨੂੰ ਬੇਸ ਬਣਾ ਕੇ ਕੀਤਾ ਜਾਂਦਾ ਹੈ, ਹਰ ਉਹ ਕੰਮ ਸੁਹਾਵਣਾ ਹੈ। ਜੇਕਰ ਗੁਣ ਨਹੀਂ, ਸੱਚ ਨਹੀਂ, ਜੇ ਹੁਕਮ ਦੇ ਅੰਦਰ ਨਹੀਂ ਤਾਂ ਕੰਮ ਦੁਖਦਾਈ ਹੋ ਜਾਣਗੇ, ਉਹਨਾਂ ਦਾ ਰਿਜ਼ਲਟ ਠੀਕ ਨਹੀਂ ਨਿਕਲੇਗਾ। ਸੋ ਰਿਦਾ ਸੁਹੇਲਾ ਜਿਤ ਹਿਰਦੈ ਤੂੰ ਉਠਾ, ਸਭਨਾ ਕੇ ਦਾਤਾਰਾ ਜੀਓ। ਰਿਦਾ ਦਾ ਮਤਲਬ ਹਿਰਦਾ, ਸੋਚ। ਸੁਹੇਲਾ ਦਾ ਮਤਲਬ ਸ਼ਾਂਤ ਤੇ ਉਠਾ ਦਾ ਮਤਲਬ ਵਸਿਆ। हे ਪ੍ਰਭੂ, ਜਿਸ ਸੋਚ ਅੰਦਰ, ਜਿਸ ਹਿਰਦੇ ਦੇ ਅੰਦਰ ਤੂੰ ਵਸਦਾ ਹੈ ਉਹ ਹਿਰਦਾ ਸੁਹਾਵਣਾ ਹੈ, ਉਹ ਹਿਰਦਾ ਸੌਖਾ ਹੈ, ਉਹ ਹਿਰਦਾ ਸ਼ਾਂਤ ਹੈ, ਉਹ ਠੰਡਾ ਠਾਰ ਹੈ ਜਿੱਥੇ ਤੂੰ ਵਸਦਾ ਹੈ। ਤੂੰ ਵਸਣ ਦਾ ਮਤਲਬ ਜਿੱਥੇ ਤੇਰੇ ਗੁਣ ਵਸਦੇ ਨੇ, ਸੱਚਾਈ, ਦਇਆ, ਧਰਮ, ਨਿਰਭੈਤਾ, ਨਿਰਵੈਰਤਾ। ਜਿਸ ਸੋਚ ਦੇ ਅੰਦਰ ਤੇਰੇ ਗੁਣ ਵਸਦੇ ਨੇ, ਤੂੰ ਵਸਦਾ ਹੈ, ਉਹ ਹਿਰਦਾ, ਉਹ ਸੋਚ ਸੁਹੇਲੀ ਹੈ, ਸੁਹਾਵਣੀ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ। हे ਪ੍ਰਭੂ, ਤੂੰ ਸਾਡਾ ਸਾਰਿਆਂ ਜੀਵਾਂ ਦਾ ਸਾਂਝਾ ਪਿਓ ਹੈ। ਮਤਲਬ ਕਿ ਤੂੰ ਸਾਡਾ ਸਭ ਦਾ ਪਿਓ ਹੈ, ਮਾਲਕ ਹੈ। ਨੌਨਿਧ ਤੇਰੇ ਅਖੁੱਟ ਭੰਡਾਰਾ। ਨੌਨਿਧ ਦਾ ਮਤਲਬ ਦੁਨੀਆ ਦੇ 9 ਖਜ਼ਾਨੇ ਜਿਹੜੇ ਆਮ ਲੋਕਾਂ ਨੇ ਮੰਨੇ ਨੇ। ਅਖੁੱਟ ਦਾ ਮਤਲਬ ਕਦੇ ਨਾ ਮੁੱਕਣ ਵਾਲੇ। ਤੇਰੇ ਘਰ ਅੰਦਰ ਮਤਲਬ ਤੇਰੀ ਰਜ਼ਾ ਦੇ ਅੰਦਰ ਦੁਨੀਆ ਦੇ ਸਾਰੇ ਹੀ ਸੁੱਖਾਂ ਦੇ ਖਜ਼ਾਨੇ ਨੇ ਜਿਨ੍ਹਾਂ ਦੇ ਅੰਦਰ ਕਦੇ ਵੀ ਤੋਟ ਨਹੀਂ ਆਉਂਦੀ। ਦੇਖੋ ਕਿੰਨੇ ਪਿਆਰੇ ਬਚਨ ਨੇ ਔਰ ਕਿੰਨਾ ਸੋਹਣਾ ਸਾਨੂੰ ਜੀਵਨ ਦਾ ਆਦੇਸ਼ ਔਰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਤੇਰੇ ਘਰ ਦੇ ਅੰਦਰ ਸੁੱਖਾਂ ਦੇ ਸਾਰੇ ਖਜ਼ਾਨੇ ਭਰੇ ਪਏ ਨੇ ਔਰ ਸਾਰੇ ਦੇ ਸਾਰੇ ਅਮੁੱਕ ਖਜ਼ਾਨੇ ਨੇ ਜਿਨ੍ਹਾਂ ਨੇ ਕਦੇ ਮੁੱਕਣਾ ਵੀ ਨਹੀਂ। ਇਹਦਾ ਮਤਲਬ ਇਹ ਹੋਇਆ ਕਿ ਸਾਡੇ ਅੰਦਰ ਹਰ ਸੁੱਖ ਮੌਜੂਦ ਹੈ ਔਰ ਇੰਨੇ ਕੁ ਸੁੱਖ ਮੌਜੂਦ ਨੇ, ਅਸੀਂ ਉਹਨਾਂ ਸੁੱਖਾਂ ਨੂੰ ਮਾਣੀਏ ਤਾਂ ਕਦੇ ਅੰਤ ਨਹੀਂ ਆਏਗਾ। ਹੁਣ ਇਹ ਬੰਦੇ ਦੀ ਬਦਕਿਸਮਤੀ ਹੈ ਕਿ ਅੰਦਰ ਸੁੱਖਾਂ ਦਾ ਭੰਡਾਰ ਹੋਵੇ ਤੇ ਆਦਮੀ ਦੁਖੀ ਹੋਵੇ। ਤਾਂ ਇਹਦਾ ਮਤਲਬ ਸਿਰਫ ਇੰਨਾ ਹੈ ਕਿ ਜਦੋਂ ਅਸੀਂ ਅੰਦਰ ਵਸਤੇ ਰੱਬੀ ਗੁਣਾਂ ਦੇ ਨਾਲ ਜੁੜਦੇ ਹਾਂ ਤਾਂ ਉਦੋਂ ਸਾਡੇ ਜੀਵਨ ਦੇ ਅੰਦਰ ਸੁੱਖ ਅਸੀਂ ਮਾਣ ਸਕਦੇ ਹਾਂ, ਸੁੱਖਾਂ ਦਾ ਆਨੰਦ ਲੈ ਸਕਦੇ ਹਾਂ। ਜਿਸ ਤੂੰ ਦੇਹ ਸੋ ਤ੍ਰਿਪਤ ਅਘਾਵੈ, ਸੋਈ ਭਗਤ ਤੁਮਹਾਰਾ ਜੀਓ। हे ਮਾਲਕ, ਜਿਸ ਨੂੰ ਤੂੰ ਦਾਤ ਦਿੰਦਾ ਹੈ ਸੋ ਤ੍ਰਿਪਤ ਅਘਾਵੈ, ਉਹ ਤ੍ਰਿਪਤ ਹੋ ਜਾਂਦਾ ਹੈ, ਉਹ ਰੱਜ ਜਾਂਦਾ ਹੈ। ਮਤਲਬ ਕਿ ਉਹਦੇ ਅੰਦਰੋਂ ਤ੍ਰਿਸ਼ਨਾ ਆਦਿਕ ਮੁੱਕ ਜਾਂਦੀਆਂ ਨੇ। ਸੋਈ ਭਗਤ ਤੁਮਹਾਰਾ ਜੀਓ, ਤੇ ਅਸਲ ਦੇ ਅੰਦਰ हे ਪ੍ਰਭੂ ਉਹ ਹੀ ਤੇਰਾ ਭਗਤ ਹੈ। ਅਸੀਂ ਭਗਤ ਕਿਹਨੂੰ ਕਹਿ ਸਕਦੇ ਹਾਂ? ਜਿਹੜਾ ਤ੍ਰਿਪਤ ਹੈ, ਜੋ ਸ਼ਾਂਤ ਹੈ, ਜਿਹਦਾ ਮਨ ਵਿਕਾਰਾਂ ਵੱਲ ਨਹੀਂ ਦੌੜਦਾ ਔਰ ਜਿਸ ਨੂੰ ਪ੍ਰਭੂ ਨੇ ਰੱਬੀ ਗੁਣਾਂ ਦੇ ਦਾਤ ਦਿੱਤੀ ਹੈ। ਅਸਲ ਦੇ ਵਿੱਚ ਉਹੀ ਭਗਤ ਹੈ ਜੋ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰ ਰਿਹਾ ਹੈ।
ਸਭ ਕੋ ਆਸੈ ਤੇਰੀ ਬੈਠਾ। ਸਭ ਕੋ ਦਾ ਮਤਲਬ ਹਰ ਜੀਵ, ਆਸੇ ਦਾ ਮਤਲਬ ਤੇਰੀ ਆਸ ਲਾ ਕੇ, ਤੇਰੀ ਆਸ ਵਿੱਚ, ਤੇਰੀ ਬਖਸ਼ਿਸ਼ ਦੀ ਆਸ ਵਿੱਚ, ਤੇਰੇ ਸਹਾਰੇ। ਦੁਨੀਆ ਦਾ ਹਰ ਜੀਵ ਤੇਰੇ ਸਹਾਰੇ ਹੀ ਬੈਠਾ ਹੈ, ਮਤਲਬ ਤੇਰੇ ਸਹਾਰੇ ਹੀ ਜ਼ਿੰਦਗੀ ਜੀ ਰਿਹਾ ਹੈ। ਘਟ ਘਟ ਅੰਤਰ ਤੂੰ ਹੈ ਉਠਾ। हे ਪ੍ਰਭੂ, ਹਰ ਸਰੀਰ ਦੇ ਅੰਦਰ ਤੂੰ ਵਸ ਰਿਹਾ ਹੈ। ਹੁਣ ਇਹ ਗੱਲ ਸਮਝਣ ਵਾਲੀ ਹੈ, ਇਹ ਜਿਹਦੇ ਅਸੀਂ ਆਸਰੇ ਬੈਠੇ ਆ ਨਾ, ਜਿਹਦਾ ਸਾਨੂੰ ਸਹਾਰਾ ਹੈ, ਉਹ ਸਾਡੇ ਅੰਦਰ ਬੈਠਾ ਹੈ, ਹਰ ਇੱਕ ਦੇ, ਬਾਹਰ ਨਹੀਂ, ਹਰ ਇੱਕ ਦੇ ਅੰਦਰ ਬੈਠਾ ਹੈ, ਜਿਹਦੇ ਤੋਂ ਸਾਨੂੰ ਸਹਾਰਾ ਮਿਲਣਾ ਹੈ। ਤੇ ਜੇ ਅਸੀਂ ਉਹਦਾ ਸਹਾਰਾ ਲਈਏ ਜੋ ਅੰਦਰ ਬੈਠਾ ਹੈ, ਤਾਂ ਹਕੀਕਤ ਇਹ ਹੈ ਸਾਡੀ ਜ਼ਿੰਦਗੀ ਬਦਲੇਗੀ। ਸਾਡੇ ਅੰਦਰ ਰੱਬ ਸੱਚ ਦੇ ਰੂਪ ਵਿੱਚ ਬੈਠਾ ਹੈ, ਦਇਆ ਦੇ ਰੂਪ ਵਿੱਚ ਬੈਠਾ ਹੈ, ਨਿਰਭੈਤਾ ਨਿਰਵੈਰਤਾ ਦੇ ਰੂਪ ਵਿੱਚ ਬੈਠਾ ਹੈ, ਤੇ ਇਹ ਸਾਰੇ ਗੁਣ ਹੀ ਸਾਡੇ ਆਤਮਿਕ ਜੀਵਨ ਦਾ ਸਹਾਰਾ ਨੇ। ਹੁਣ ਇਹਨਾਂ ਦਾ ਸਹਾਰਾ ਲਈਏ ਜਾਂ ਨਾ ਲਈਏ, ਸਾਡੇ ਤੇ ਡਿਪੈਂਡ ਕਰੇਗਾ ਨਾ। ਤਾਂ हे ਮਾਲਕ, ਤੂੰ ਸਾਰਿਆਂ ਦੇ ਹਿਰਦੇ ਦੇ ਅੰਦਰ ਵਸ ਰਿਹਾ ਹੈ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਹੈ ਬਾਹਰਾ ਜੀਓ। ਬਾਹਰਾ ਦਾ ਮਤਲਬ ਬੇਗਾਨਾ, ਓਪਰਾ। ਸਾਂਝੀਵਾਲ ਦਾ ਮਤਲਬ ਭਾਈਵਾਲ, ਤੇਰੇ ਨਾਲ ਸਾਂਝ ਰੱਖਣ ਵਾਲੇ। ਦੁਨੀਆ ਦੇ ਸਾਰੇ ਜੀਵ ਜਨ ਤੇਰੇ ਨਾਲ ਸਾਂਝ ਰੱਖਣ ਵਾਲੇ ਅਖਵਾਂਦੇ ਨੇ, ਭਾਵ ਤੇਰੇ ਨਾਲ ਸਾਰਿਆਂ ਦੀ ਸਾਂਝ ਹੈ, ਸਾਰੇ ਜੀਵ ਤੇਰੇ ਨੇ। ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਤੂੰ ਕਿਸੇ ਨੂੰ ਓਪਰਾ ਨਹੀਂ ਦਿਸਦਾ, ਯਾਨੀ ਤੇਰੇ ਤੋਂ ਵੱਖਰਾ ਕੋਈ ਨਹੀਂ ਹੈ, ਕੋਈ ਤੇਰੇ ਵਾਸਤੇ ਓਪਰਾ ਨਹੀਂ, ਸਾਰਿਆਂ ਦਾ ਤੂੰ ਸਾਂਝਾ ਹੈ। ਤੂੰ ਆਪੇ ਗੁਰਮੁਖ ਮੁਕਤ ਕਰਾਏ ਹੈ। ਇਹਨੂੰ ਕਰਾਹੇ ਨਹੀਂ ਪੜਨਾ, ਈੜੀ ਦੀ ਸਿਹਾਰੀ ਦਾ ਵੀ ਆਵਾਜ਼ ਆਏਗੀ ਨਾਲ, ਤੇ ਹਾਹੇ ਤੇ ਬਿੰਦੀ ਲਗਾਵਾਂਗੇ। ਇਹਦਾ ਸ਼ੁੱਧ ਉਚਾਰਨ ਕਰਨ ਲਈ ਇਹ ਤੱਕ ਥੋੜਾ ਜਿਹਾ ਲਮਕਾ ਦਿਓਗੇ ਨਾ, ਤੂੰ ਆਪੇ ਗੁਰਮੁਖ ਮੁਕਤ ਕਰਾਏ ਹੈ, ਕਰਾਏ ਹੈ, ਤਾਂ ਇਹ ਚਾਰੇ ਅਕਸ਼ਰ ਬੋਲੇ ਜਾਣਗੇ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ। हे ਪ੍ਰਭੂ, ਤੂੰ ਆਪ ਹੀ ਗੁਰੂ ਦੇ ਜ਼ਰੀਏ, ਗੁਰੂ ਦੀ ਸ਼ਰਨੀ ਪਾ ਕੇ, ਗੁਰੂ ਦੇ ਗਿਆਨ ਰਾਹੀਂ, ਗੁਰੂ ਦੀ ਗਿਆਨ ਦੀ ਦਾਤ ਬਖਸ਼ ਕੇ ਜੀਵਾਂ ਨੂੰ ਵਿਕਾਰਾਂ ਤੋਂ ਮੁਕਤ ਕਰਾਂਦਾ ਹੈ, ਵਿਕਾਰਾਂ ਦੇ ਬੰਧਨਾਂ ਤੋਂ ਆਜ਼ਾਦ ਕਰਾਂਦਾ ਹੈ। ਤਾਂ ਇੱਥੇ ਚੀਜ਼ ਸਮਝਣ ਵਾਲੀ ਹੈ ਕਿ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਣਾ ਹੀ ਵਿਕਾਰਾਂ ਤੋਂ ਖਲਾਸੀ ਪਾਉਣ ਦਾ ਇੱਕੋ ਇੱਕ ਰਾਹ ਹੈ। ਇਹ ਸਿਸਟਮ ਹੈ, ਇੱਕ ਰਜ਼ਾ ਹੈ, ਭਾਣਾ ਹੈ। ਤੂੰ ਆਪੇ ਮਨਮੁਖ ਜਨਮ ਭਵਾਏ ਹੈ। ਭਵਾਏ ਹੈ ਦਾ ਮਤਲਬ ਭਵਾਂਦਾ ਹੈ, ਜਨਮ ਦਾ ਮਤਲਬ ਜਨਮ ਵਿੱਚ, ਭਟਕਣਾ ਵਿੱਚ, ਮਨਮੁਖ ਦਾ ਮਤਲਬ ਮਨ ਦਾ ਗੁਲਾਮ ਬਣਾ ਕੇ। ਤਾਂ ਆਪ ਹੁਦਰੇ ਲੋਕਾਂ ਨੂੰ, हे ਪ੍ਰਭੂ, ਆਪ ਹੀ ਸਾਰੇ ਜਨਮ ਵਿੱਚ ਭਟਕਾਈ ਰੱਖਦਾ ਹੈ। ਯਾਨੀ ਜਿਹੜੇ ਆਪ ਹੁਦਰੇ ਨੇ, ਉਹ ਪੂਰੀ ਜ਼ਿੰਦਗੀ ਹੀ ਜੀਵਨ ਦੇ ਸਹੀ ਰਾਹ ਤੋਂ ਭਟਕੇ ਰਹਿੰਦੇ ਨੇ। ਉਹਨਾਂ ਦੇ ਦਿਮਾਗ ਅੰਦਰ ਓਵਰ ਥਿੰਕਿੰਗ ਹੈ, ਨੈਗੇਟਿਵਿਟੀ ਹੈ, ਉਹਨਾਂ ਦਾ ਕੋਈ ਜੀਵਨ ਦਾ ਮੁੱਖ ਉਦੇਸ਼ ਨਹੀਂ, ਉਹਨਾਂ ਦੇ ਜੀਵਨ ਦਾ ਮੁੱਖ ਗੋਲ ਨਹੀਂ, ਮਨੋਰਥ ਨਹੀਂ ਹੁੰਦਾ। ਇਸੇ ਨੂੰ ਭਟਕਣਾ ਕਹਿੰਦੇ ਨੇ। ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦਸਹਰਾ ਜੀਓ। ਦਸਹਰਾ ਦਾ ਮਤਲਬ ਪ੍ਰਗਟ, ਪ੍ਰਤੱਖ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ ਕਿ ਦਾਸ ਨਾਨਕ ਤੇਥੋਂ ਕੁਰਬਾਨ ਹੈ। हे ਪ੍ਰਭੂ, ਇਹ ਸਾਰੀ ਜਗਤ ਰਚਨਾ ਤੇਰਾ ਪ੍ਰਤੱਖ ਤਮਾਸ਼ਾ ਹੈ, ਤੇਰਾ ਪ੍ਰਤੱਖ ਖੇਲ ਹੈ। ਤੂੰ ਆਪ ਇਸ ਜਗਤ ਰਚਨਾ ਨੂੰ ਖੇਲ ਰਿਹਾ ਹੈ। ਹੁਣ ਇਹ ਚੀਜ਼ਾਂ, ਦੋ ਗੱਲਾਂ ਇੱਥੇ ਸਮਝਣ ਵਾਲੀਆਂ ਨੇ। ਪਾਵਨ ਬਾਣੀ ਵਿੱਚ ਇੱਕ ਹੋਰ ਜਗ੍ਹਾ ਤੇ ਪਾਵਨ ਬਚਨ ਆਇਆ ਹੈ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, सांग उतार थम्यो पासारा, तब एको एकंकारा, कवन रूप दृष्टो बिनसायो, कतह गयो ਉਹ ਕਤ ਤੇ ਆਇਓ। ਜੇ ਇਹ ਸ਼ਬਦ ਨੂੰ ਅਸੀਂ ਸਮਝ ਲਈਏ ਤਾਂ ਸਾਨੂੰ ਰੱਬ ਦੀ, ਕੁਦਰਤ ਦੀ, ਸੰਸਾਰ ਦੀ ਸਮਝ ਆ ਜਾਏਗੀ। ਭਗਤ ਕਬੀਰ ਜੀ ਕਹਿੰਦੇ ਨੇ, ਜਿਵੇਂ ਬਾਜੀਗਰ ਬਾਜੀ ਪਾਉਂਦਾ ਹੈ, ਤਮਾਸ਼ਾ ਵਿਖਾਉਂਦਾ ਹੈ, ਤਾਂ ਤਮਾਸ਼ਾ, ਨਾਟਕ, ਡਰਾਮਾ ਸ਼ੁਰੂ ਕਰਨ ਤੋਂ ਪਹਿਲਾਂ ਬਾਜੀਗਰ ਇਕੱਲਾ ਹੈ।
ਨਾਟਕ ਖੇਲ ਸ਼ੁਰੂ ਕਰਨ ਤੋਂ ਪਹਿਲਾਂ ਬਾਜੀਗਰ ਇਕੱਲਾ ਹੈ, ਆਪਣਾ ਥੈਲਾ ਚੁੱਕ ਕੇ ਆਇਆ, ਇਕੱਲਾ ਤੁਰਿਆ ਹੁੰਦਾ। ਖੇਲ ਦੇ ਅੰਦਰ ਉਸਨੇ ਪਰਦੇ ਦੇ ਪਿੱਛੇ ਜਾ ਕੇ ਕਦੇ ਉਹ ਬਜ਼ੁਰਗ, ਕਦੇ ਜਵਾਨ, ਕਦੇ ਬੱਚਾ, ਕਦੇ ਰਾਜਾ, ਕਦੇ ਪਰਜਾ, ਕਦੇ ਗਿਆਨੀ ਤੇ ਕਦੇ ਅਗਿਆਨੀ ਬਣ ਕੇ ਆ ਰਿਹਾ ਹੈ। ਕਈ ਰੂਪ ਵਿਖਾਏ ਨੇ ਉਹਨੇ। ਉਦੋਂ ਵੀ ਬਾਜੀਗਰ ਇਕੱਲਾ ਹੀ ਹੈ, ਇਕੱਲਾ ਹੀ ਹੈ। ਪਹਿਲਾਂ ਵੀ ਖੇਲ ਤੋਂ, ਖੇਲ ਦੇ ਵਿੱਚ ਵੀ ਸਾਂਗ ਉਤਾਰ ਥੰਮਿਓ ਪਾਸਾਰਾ, ਜਦੋਂ ਉਹਨੇ ਖੇਲ ਖਤਮ ਕੀਤਾ ਤਬ ਏਕੋ ਏਕੰਕਾਰਾ, ਤਾਂ ਵੀ ਉਹ ਬਾਜੀਗਰ ਇਕੱਲਾ ਹੀ ਹੈ। ਹੁਣ ਸਵਾਲ ਕਰਦੇ ਨੇ, ਕਮਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਤਹਿ ਗਇਓ ਉਹ ਕਤ ਤੇ ਆਇਓ। ਜੋ ਕੱਲੇ ਬਾਜੀਗਰ ਨੇ ਤਮਾਸ਼ਾ ਕੀਤਾ, ਪਹਿਲਾਂ ਬਾਜੀਗਰ ਇਕੱਲਾ ਸੀ, ਤਮਾਸ਼ੇ ਦੇ ਅੰਦਰ, ਖੇਲ ਦੇ ਅੰਦਰ ਉਹ ਕਦੇ ਬੱਚਾ, ਕਦੇ ਜਵਾਨ, ਕਦੇ ਬਜ਼ੁਰਗ, ਕਦੇ ਚੋਰ, ਕਦੇ ਸਿਪਾਹੀ, ਕਦੇ ਭਗਤ, ਕਦੇ ਡਾਕੂ ਬਣਿਆ। ਉਹ ਰੂਪ ਉਹਦੇ ਕਿੱਥੋਂ ਪੈਦਾ ਹੋਏ ਤੇ ਉਹ ਰੂਪ ਕਿੱਥੇ ਚਲੇ ਗਏ, ਉਹ ਬੱਚਾ ਕਿੱਥੇ ਚਲਾ ਗਿਆ, ਬਜ਼ੁਰਗ ਕਿੱਥੇ ਚਲਾ ਗਿਆ। ਹੁਣ ਨਾ ਉੱਥੇ ਕੋਈ ਬੱਚਾ ਪੈਦਾ ਹੋਇਆ, ਨਾ ਬਜ਼ੁਰਗ ਪੈਦਾ ਹੋਇਆ, ਨਾ ਡਾਕੂ ਪੈਦਾ ਹੋਇਆ। ਬਾਜੀਗਰ ਹੀ ਖੇਲ ਕਰ ਰਿਹਾ ਸੀ, ਉਹਦੇ ਵਿੱਚੋਂ ਰੂਪ, ਉਹੀ ਰੂਪ ਉਹਨੇ ਧਾਰਿਆ ਤੇ ਉਹੀ ਰੂਪ ਉਹਦੇ ਵਿੱਚ ਹੀ ਸਮਾ ਗਿਆ। ਇਸੇ ਤਰ੍ਹਾਂ ਇਹ ਸੰਸਾਰ ਤੋਂ ਪਹਿਲਾਂ ਨਿਰਾਕਾਰ ਜੋ ਵੀ ਸ਼ਕਤੀ ਸੀ, ਜਿਹਨੂੰ ਅਸੀਂ ਰੱਬ ਕਹਿੰਦੇ ਆ, ਉਦੋਂ ਵੀ ਉਹ ਇਕੱਲਾ ਹੀ ਸੀ। ਇਹ ਖੇਲ ਦੇ ਰੂਪ ਦੇ ਅੰਦਰ ਉਹ ਪ੍ਰਗਟ ਹੋ ਗਿਆ, ਤਾਂ ਵੀ ਉਹ ਇਕੱਲਾ ਹੀ ਹੈ। ਤੇ ਜਦੋਂ ਇਹ ਖੇਲ ਖਤਮ ਹੋਏਗਾ, ਸਮੇਟੇਗਾ, ਤਾਂ ਵੀ ਉਹ ਇਕੱਲਾ ਹੀ ਹੈ ਨਾ। ਨਾਨਕ ਦਾਸ ਤੇਰਾ ਬਲਿਹਾਰ ਹੈ, ਸਭ ਤੇਰਾ ਖੇਲ ਦਸਾਰਾ ਜੀਓ, ਇਹ ਤੇਰਾ ਖੇਲ ਹੈ, ਪਹਿਲੀ ਗੱਲ। ਦੂਜੀ ਗੱਲ, ਇਸ ਖੇਲ ਨੂੰ ਖੇਲ ਰਹਿਣ ਦਿਓ, ਇਸ ਖੇਲ ਨੂੰ ਜੰਗ ਦਾ ਮੈਦਾਨ ਨਾ ਬਣਾਓ। ਖੇਲ ਦੇ ਅੰਦਰ ਬੰਦਾ ਪੂਰੀ ਸ਼ਿੱਦਤ ਦੇ ਨਾਲ ਖੇਲਦਾ ਹੈ, ਪਰ ਦੂਜੇ ਖਿਡਾਰੀਆਂ ਨਾਲ ਉਹਦਾ ਕੋਈ ਵੈਰ ਨਹੀਂ ਹੁੰਦਾ। ਇਸੇ ਤਰ੍ਹਾਂ ਇਸ ਦੁਨੀਆ ਅੰਦਰ ਜਿਵੇਂ ਖੇਲ ਦੇ ਅੰਦਰ ਤੁਹਾਨੂੰ ਅਭਿਨੇ ਮਿਲਦੇ ਨੇ, ਤੁਹਾਨੂੰ ਰੋਲ ਮਿਲਦਾ ਹੈ, ਉਸ ਰੋਲ ਨੂੰ ਬੰਦਾ ਜਿਹੜਾ ਚੰਗੀ ਤਰ੍ਹਾਂ ਨਿਭਾਉਂਦਾ ਹੈ, ਉਹ ਜੇਤੂ ਹੁੰਦਾ ਹੈ। ਕਈ ਵਾਰ ਹਾਰੀਆਂ ਹੋਈਆਂ ਟੀਮਾਂ ਦਾ ਜਿਹੜਾ ਖਿਡਾਰੀ ਹੈ, ਉਹਨੂੰ ਮੈਨ ਆਫ ਦਾ ਮੈਚ ਮਿਲ ਜਾਂਦਾ, ਕਿਉਂਕਿ ਉਹਨੇ ਆਪਣੀ ਡਿਊਟੀ ਨੂੰ ਬਹੁਤ ਚੰਗੀ ਤਰ੍ਹਾਂ ਨਿਭਾਇਆ ਹੁੰਦਾ। ਇਹ ਜ਼ਿੰਦਗੀ ਇੱਕ ਖੇਲ ਹੈ। ਇਸ ਖੇਲ ਦੇ ਅੰਦਰ ਤੁਹਾਨੂੰ ਰੋਲ ਮਿਲੇ ਨੇ, ਭੈਣ ਦਾ, ਧੀ ਦਾ, ਮਾਂ ਦਾ, ਪਿਤਾ ਦਾ, ਪਿਓ ਦਾ, ਚਾਚਿਆਂ ਤਾਇਆਂ ਦਾ, ਜਿੰਨੇ ਵੀ ਰਿਸ਼ਤੇ ਨਾਤੇ ਆਦਿਕ ਨੇ, ਸਾਡੇ ਰੋਲ ਨੇ। ਇਹ ਜੋ ਰੋਲ ਮਿਲੇ ਨੇ, ਇਮਾਨਦਾਰੀ ਦੇ ਨਾਲ ਜਿਹੜਾ ਚੰਗੀ ਤਰ੍ਹਾਂ ਇਹਨਾਂ ਨੂੰ ਨਿਭਾਏਗਾ, ਉਹ ਬੰਦਾ ਖੇਲ ਵਿੱਚ ਜਿੱਤ ਜਾਏਗਾ ਤੇ ਉਹਦੇ ਵਾਸਤੇ ਖੇਲ ਸੁਖਦਾਈ ਹੋਊਗਾ। ਤੇ ਜੇ ਇਸ ਪੰਕਤੀ ਤੋਂ ਅਸੀਂ ਇਹ ਦੋ ਭਾਵ ਲੈ ਲਈਏ, ਪਹਿਲੀ ਗੱਲ, ਇੱਕ ਹੀ ਪ੍ਰਭੂ ਫੈਲਿਆ ਹੋਇਆ ਹੈ, ਦੂਜੀ ਗੱਲ, ਉਹ ਆਪਣਾ ਖੇਲ ਖੇਲ ਰਿਹਾ ਹੈ, ਤੀਜੀ ਗੱਲ ਕਿ ਅਸੀਂ ਇਸ ਖੇਲ ਦੇ ਅੰਦਰ ਇਮਾਨਦਾਰੀ ਦੇ ਨਾਲ ਆਪਣੇ ਰੋਲ ਨੂੰ ਨਿਭਾ ਕੇ ਆਪਣੇ ਜੀਵਨ ਨੂੰ ਸਫਲ ਕਰਨਾ। ਮਾਝ ਮਹਿਲਾ ਪੰਜਵਾਂ। ਅਨਹਦ ਵਾਜੈ ਸਹਿਜ ਸੁਹੇਲਾ। ਅਨਹਦ ਦਾ ਮਤਲਬ ਲਗਾਤਾਰ, ਕੰਟੀਨਿਊ, ਇੱਕ ਰਸ। ਸਹਿਜ ਦਾ ਮਤਲਬ ਆਤਮਿਕ ਅਡੋਲਤਾ ਵਿੱਚ, ਸੁਹੇਲਾ ਦਾ ਮਤਲਬ ਸੁਖਦਾਈ। ਇੱਥੇ ਅਨਹਦ ਵਾਜੈ, ਕੀ ਵੱਜ ਰਿਹਾ ਹੈ? ਇੱਥੇ ਜੋਗੀਆਂ ਵਾਲੇ ਵਾਜਿਆਂ ਦੀ ਗੱਲ ਨਹੀਂ, ਵੀ ਅੰਦਰ ਬੰਸਰੀ ਵੱਜ ਰਹੀ ਹੈ, ਅੰਦਰ ਛੈਣੇ ਜਾਂ ਢੋਲਕੀਆਂ ਵੱਜਦੇ ਸੁਣ ਰਹੇ ਨੇ, ਉਹ ਚੱਕਰ ਚ ਨਹੀਂ ਪੈਣਾ। ਇੱਥੇ ਉਹਦੀ ਗੱਲ ਨਹੀਂ ਹੈ। ਅਨਹਦ ਵਾਜੈ ਦਾ ਮਤਲਬ ਲਗਾਤਾਰ ਮੇਰੇ ਜੀਵਨ ਦੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਦਾ ਵਾਜਾ ਵੱਜ ਰਿਹਾ ਹੈ। ਅਗਲੇ ਪੰਕਤੀ ਦੇ ਅੰਦਰ ਸਪਸ਼ਟ ਹੋ ਜਾਏਗਾ। ਆਤਮਿਕ ਅਡੋਲਤਾ ਵਿੱਚ ਟਿਕ ਕੇ ਮੈਂ ਸੁਖੀ ਔਰ ਸੁਹੇਲਾ ਹੋ ਰਿਹਾ ਹਾਂ। ਅਨਹਦ ਵਾਜੈ ਸਹਿਜ ਸੁਹੇਲਾ। ਸਹਿਜ ਦਾ ਮਤਲਬ ਆਤਮਿਕ ਅਡੋਲਤਾ। ਆਤਮਿਕ ਅਡੋਲਤਾ ਦਾ ਮਤਲਬ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਮੈਂ ਆਤਮਿਕ ਅਡੋਲਤਾ ਦੇ ਅੰਦਰ ਟਿਕਿਆ ਹਾਂ। ਮਨ, ਬਚਨ, ਕਰਮ ਕਰਕੇ ਲਗਾਤਾਰ ਮੇਰੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਹੋ ਰਹੀ ਹੈ, ਯਾਨੀ ਰੱਬੀ ਗੁਣਾਂ ਨੂੰ ਮੈਂ ਇੰਪਲੀਮੈਂਟ ਕਰ ਰਿਹਾ, ਜਿਸ ਕਰਕੇ ਮੈਂ ਸੁਹੇਲਾ ਸੁਖੀ ਹਾਂ। ਸ਼ਬਦ ਆਨੰਦ ਕਰੇ ਸਦ ਕੇਲਾ। ਕੇਲਾ ਦਾ ਮਤਲਬ ਖੇਲ, ਆਨੰਦ। ਸ਼ਬਦ ਦਾ ਮਤਲਬ ਸ਼ਬਦ ਦੇ ਰਾਹੀਂ ਜੋ ਅਨਹਦ ਵੱਜ ਰਿਹਾ ਨਾ, ਉਹ ਸ਼ਬਦ ਵੱਜ ਰਿਹਾ, ਗੁਰੂ ਦਾ ਉਪਦੇਸ਼, ਪ੍ਰਭੂ ਦੀ ਸਿਫਤ ਸਲਾਹ। ਗੁਰੂ ਦੇ ਸ਼ਬਦ ਉਪਦੇਸ਼ ਵਿੱਚ ਜੁੜ ਕੇ ਮੇਰਾ ਮਨ ਸਦਾ ਆਨੰਦ ਔਰ ਰੰਗ, ਪ੍ਰਸੰਨਤਾ ਮਾਣ ਰਿਹਾ ਹੈ। ਸਹਿਜ ਗੁਫਾ ਮਹਿ ਤਾੜੀ ਲਾਈ,
ਆਸਣ ਊਚ ਸਵਾਰਿਆ ਜੀਓ। ਆਮ ਕਰਕੇ ਦੁਨੀਆ ਦੇ ਅੰਦਰ ਜੋ ਜੋਗੀ ਆਦਿਕ ਨੇ ਉਹ ਬਾਹਰ ਜੰਗਲਾਂ ਵਿੱਚ ਜਾ ਕੇ ਗੁਫਾਵਾਂ ਦੇ ਵਿੱਚ ਸਮਾਧੀਆਂ ਲਾਉਂਦੇ ਸੀ। ਬਹੁਤ ਸਾਰੇ ਬਾਬਿਆਂ ਨੇ ਭੋਰੇ ਬਣਾਏ ਹੋਏ ਨੇ, ਭੋਰਿਆਂ ਦੇ ਵਿੱਚ ਸਮਾਧੀਆਂ ਲਾਉਂਦੇ ਨੇ, ਔਰ ਉਹ ਭੋਰੇ ਜਿਹੜੇ ਨੇ ਆਲੀਸ਼ਾਨ ਬੰਗਲੇ ਨੇ, ਉਹਨਾਂ ਦੇ ਵਿੱਚ ਆਧੁਨਿਕ ਅੱਜ-ਕੱਲ ਦੀਆਂ ਸਾਰੀਆਂ ਸਹੂਲਤਾਂ ਨੇ। ਹੁਣ ਇੱਥੇ ਸਮਾਧੀਆਂ ਜਿਹੜੀ ਲਾਉਣ ਦਾ ਖੰਡਨ ਕੀਤਾ ਗਿਆ। ਗੁਫਾਵਾਂ ਲੱਭਣ ਦੀ ਲੋੜ ਨਹੀਂ ਹੈ, ਭੋਰਿਆਂ ਵਿੱਚ ਵੜਨ ਦੀ ਲੋੜ ਨਹੀਂ, ਕਿਰਤ ਕਰਨ ਦੀ ਲੋੜ ਹੈ। ਇੱਥੇ ਤਾੜੀ ਲਾਈ ਦਾ ਮਤਲਬ ਸਮਾਧੀ ਲਾਈ ਹੈ, ਮਨ ਟਿਕਿਆ ਹੋਇਆ ਹੈ। ਤੇ ਤਾੜੀ ਲਾਈ ਕਿੱਥੇ ਹੈ? ਸਹਿਜ ਗੁਫਾ ਮੈਂ। ਸਹਿਜ ਦਾ ਮਤਲਬ ਆਤਮਕ ਅਡੋਲਤਾ ਦੀ ਗੁਫਾ। ਆਤਮਕ ਅਡੋਲਤਾ ਦਾ ਮਤਲਬ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਮਨ ਵਿੱਚ ਵੀ ਸੱਚ ਹੈ, ਬੋਲਾਂ ਵਿੱਚ ਵੀ ਸੱਚ ਹੈ, ਬਿਹੇਵੀਅਰ ਵਿੱਚ ਸੱਚ ਹੈ। ਯਾਨੀ ਮੈਂ ਮਨ, ਬਚਨ ਔਰ ਕਰਮ ਕਰਕੇ ਸੱਚ ਦੇ ਨਾਲ ਟਿਕ ਗਿਆ ਹਾਂ, ਗੁਣਾਂ ਦੇ ਵਿੱਚ ਮੇਰਾ ਮਨ ਟਿਕਿਆ ਹੋਇਆ। ਇਹ ਸਮਾਧੀ ਹੈ। ਆਸਣ ਊਚ ਸਵਾਰਿਆ ਜੀਓ। ਜਿਵੇਂ ਸਮਾਧੀ ਲਾਉਣ ਲੱਗਿਆ ਆਸਣ ਨਹੀਂ ਵਿਛਾਉਂਦੇ, ਕਈਆਂ ਨੇ ਊਨ ਦਾ ਵਿਛਾ ਲੈਂਦੇ ਨੇ, ਕੋਈ ਕੁਸ਼ਾ ਦਾ ਵਿਛਾਉਂਦਾ ਹੈ, ਕੋਈ ਹਿਰਨ ਦੀ ਖੱਲ, ਕੋਈ ਸ਼ੇਰਾਂ ਦੀ ਖੱਲ। ਵੇਖਿਆ ਹੋਣਾ ਤੁਸੀਂ ਬਾਬਿਆਂ ਦੀਆਂ ਫੋਟੋਆਂ ਥੱਲੇ ਸ਼ੇਰਾਂ ਦੀ ਖੱਲ ਕਈ ਥਾਵਾਂ ਤੇ ਬਹੁਤਿਆਂ ਹੁੰਦੀ ਹੈ। ਵੈਸੇ ਭਾਵੇਂ ਗਿੱਦੜ ਨੂੰ ਵੇਖ ਕੇ ਡਰ ਜਾਣ, ਪਰ ਖੱਲ ਸ਼ੇਰ ਦੀ ਵਿਛਾਈ ਹੁੰਦੀ ਹੈ। ਇੱਕ ਵੱਖਰਾ ਟੌਪਿਕ ਹੈ ਆਸਣ। ਹੁਣ ਆਸਣ ਊਚ ਸਵਾਰਿਆ ਜੀਓ। ਇੱਥੇ ਆਸਣ ਕੋਈ ਕੱਪੜੇ ਦਾ ਨਹੀਂ ਹੈ। ਊਚ ਦਾ ਮਤਲਬ ਉੱਚਾ, ਸਵਾਰਿਆ ਦਾ ਮਤਲਬ ਮੈਂ ਬਣਾਇਆ ਹੈ, ਟਿਕਾਣਾ ਬਣਾ ਲਿਆ। ਊਚ ਦਾ ਮਤਲਬ ਰੱਬ ਦੇ ਚਰਨਾਂ ਵਿੱਚ, ਯਾਨੀ ਆਪਣੀ ਮੈਂਟੈਲਿਟੀ ਨੂੰ ਉੱਚੀ ਕਰ ਲੈਣਾ, ਸੋਚ ਨੂੰ ਉੱਚੀ ਕਰ ਲੈਣਾ, ਸੋਚ ਨੂੰ ਰੱਬੀ ਚਰਨਾਂ, ਰੱਬੀ ਗੁਣਾਂ ਦੇ ਵਿੱਚ ਟਿਕਾਣਾ। ਇਹ ਮੈਂ ਆਪਣੀ ਸੋਚ ਦਾ ਉੱਚਾ ਟਿਕਾਣਾ ਬਣਾ ਲਿਆ। ਹੁਣ ਕਈਆਂ ਦੀ ਸੋਚ ਹੈ ਕਿ ਝੂਠ ਫਰੇਬ ਵਿੱਚ ਡਿੱਗੀ ਹੋਈ ਹੈ, ਨੀਵੀਂ ਸੋਚ ਹੈ। ਕਈਆਂ ਦੀ ਸੋਚ ਹੈ ਬੜੀ ਮਹਾਨ ਸੋਚ ਹੈ। ਸੋਚ ਦਾ ਆਸਣ ਉੱਚਾ ਕੀਤਾ, ਟਿਕਾਣਾ ਕੀਤਾ। ਫਿਰ ਘਿਰ ਆਪਣੇ ਗ੍ਰਹਿ ਮਹਿ ਆਇਆ। ਫਿਰ ਘਿਰ ਦਾ ਮਤਲਬ ਘੁੰਮ ਫਿਰ ਕੇ, ਭਟਕ ਕੇ, ਘੁੰਮ ਕੇ, ਭਟਕ ਕੇ। ਆਪਣੇ ਗ੍ਰਹਿ ਮੈਂ ਆਇਆ, ਮੈਂ ਆਪਣੇ ਘਰ ਵਿੱਚ ਆ ਟਿਕਿਆ ਹਾਂ। ਮੇਰਾ ਮਨ ਜਿਹੜਾ ਹੈ ਘੁੰਮ ਫਿਰ ਕੇ, ਭਟਕ ਕੇ ਆਖਰ ਗੁਰੂ ਗਿਆਨ ਰਾਹੀਂ ਆਪਣੇ ਘਰ ਵਿੱਚ ਆ ਟਿਕਿਆ, ਸੱਚ ਦੇ ਅੰਦਰ ਟਿਕ ਗਿਆ ਹੈ। ਤੇ ਜਦੋਂ ਤੋਂ ਮੇਰਾ ਮਨ ਸੱਚ ਵਿੱਚ, ਰੱਬੀ ਗੁਣਾਂ ਵਿੱਚ ਟਿਕਿਆ, ਜੋ ਲੋੜੀਂਦਾ ਸੋਈ ਪਾਇਆ। ਜਿਹੜੀ ਆਤਮਕ ਸ਼ਾਂਤੀ ਮੈਨੂੰ ਚਾਹੀਦੀ ਸੀ, ਜੋ ਆਤਮਕ ਆਨੰਦ ਮੈਨੂੰ ਚਾਹੀਦਾ ਸੀ, ਉਹ ਮੈਂ ਪਾ ਲਿਆ। ਹੁਣ ਆਤਮਕ ਆਨੰਦ ਕਿਵੇਂ ਮਿਲੇਗਾ? ਜਦੋਂ ਮਨ, ਬਚਨ, ਕਰਮ ਕਰਕੇ ਗੁਣਾਂ ਦੇ ਨਾਲ ਜੁੜ ਗਏ ਤਾਂ ਆਤਮਕ ਆਨੰਦ ਮਿਲ ਜਾਏਗਾ। ਉਹ ਮੈਂ ਆਤਮਕ ਆਨੰਦ ਪਾ ਲਿਆ। ਤ੍ਰਿਪਤ ਅਘਾਏ ਰਿਹਾ ਹੈ ਸੰਤੋ, ਗੁਰ ਅਨਭਉ ਪੁਰਖ ਦਿਖਾਰਿਆ ਜੀਓ। ਕਿ ਹੇ ਰੱਬ ਦੇ ਪਿਆਰਿਓ, ਮੇਰਾ ਜੋ ਮਨ ਹੈ ਤ੍ਰਿਪਤ ਹੋ ਗਿਆ ਹੈ। ਅਘਾਏ ਦਾ ਮਤਲਬ ਰੱਜਾ ਹੋਇਆ ਹੈ। ਮੇਰਾ ਮਨ ਤ੍ਰਿਪਤ ਹੋ ਗਿਆ, ਰੱਜ ਗਿਆ। ਹੁਣ ਮੇਰੇ ਮਨ ਅੰਦਰ ਤ੍ਰਿਸ਼ਨਾ ਨਹੀਂ, ਮੇਰੇ ਅੰਦਰ ਵਾਸ਼ਨਾਵਾਂ ਨਹੀਂ, ਲੋਭ, ਮੋਹ, ਹੰਕਾਰ ਆਦਿਕ ਨਹੀਂ ਹੈ। ਕਿਉਂ? ਗੁਰ ਅਨਭਉ ਪੁਰਖ ਦਿਖਾਰਿਆ ਜੀਓ। ਇੱਥੇ ਅਨਭਉ ਸ਼ਬਦ ਦੇ ਦੋ ਅਰਥ ਕੀਤੇ ਨੇ ਵਿਦਵਾਨਾਂ ਨੇ। ਇੱਕ ਤਾਂ ਅਨਭਉ ਦਾ ਅਰਥ ਕੀਤਾ ਹੈ ਗਿਆਨ ਸਰੂਪ, ਕਿ ਗੁਰੂ ਨੇ ਮੈਨੂੰ ਗਿਆਨ ਸਰੂਪ ਪ੍ਰਭੂ ਦੇ ਦੀਦਾਰ ਕਰਾ ਦਿੱਤੇ ਨੇ। ਦੂਜਾ ਇੱਥੇ ਅਰਥ ਕੀਤਾ ਹੈ ਅਨਭਉ ਦਾ ਮਤਲਬ ਨਿਡਰ, ਭੈ ਤੋਂ ਰਹਿਤ, ਕਿ ਮੈਨੂੰ ਭੈ ਤੋਂ ਰਹਿਤ ਸਰਬ ਵਿਆਪਕ ਪ੍ਰਭੂ ਦੇ ਦੀਦਾਰ ਕਰਾ ਦਿੱਤੇ ਨੇ। ਹੁਣ ਗਿਆਨ ਸਰੂਪ ਕਹੋ ਜਾਂ ਭੈ ਤੋਂ ਰਹਿਤ ਕਹੋ, ਇਹ ਸਾਰੇ ਗੁਣ ਉਸ ਮਾਲਕ ਵਿੱਚ ਮੌਜੂਦ ਨੇ। ਪੁਰਖ ਦਾ ਮਤਲਬ ਰਮਿਆ ਹੋਇਆ ਹੈ। ਹੇ ਪਿਆਰਿਓ, ਹੇ ਰੱਬ ਦੇ ਪਿਆਰਿਓ, ਗੁਰੂ ਨੇ ਮੈਨੂੰ ਭੈ ਰਹਿਤ, ਗਿਆਨ ਸਰੂਪ, ਸਰਬ ਵਿਆਪਕ ਪ੍ਰਭੂ ਦੇ ਦੀਦਾਰ ਕਰਾ ਦਿੱਤੇ ਨੇ। ਹੁਣ ਮੇਰਾ ਮਨ ਰੱਜਿਆ ਹੋਇਆ ਹੈ। ਹੁਣ ਮੇਰੇ ਮਨ ਦੇ ਅੰਦਰ ਅਤ੍ਰਿਪਤੀ ਨਹੀਂ ਹੈ। ਜਦੋਂ ਅੰਦਰ ਸ਼ੁਭ ਗੁਣ ਦਿਸ ਗਏ, ਉਹਨਾਂ ਨੂੰ ਅਪਣਾ ਲਿਆ ਤਾਂ ਫਿਰ ਆਸ਼ਾਵਾਂ, ਤ੍ਰਿਸ਼ਨਾਵਾਂ ਮੁੱਕ ਗਈਆਂ। ਆਪੇ ਰਾਜਨ ਆਪੇ ਲੋਗਾ। ਹੁਣ ਗੁਰੂ ਦੀ ਰਹਿਮਤ ਰਾਹੀਂ ਸਰਬ ਵਿਆਪਕ ਨਜ਼ਰੀ ਪੈ ਰਿਹਾ ਹੈ ਤੇ ਮੈਨੂੰ ਹੁਣ ਦਿਸ ਪਿਆ ਕਿ ਰੱਬ ਪ੍ਰਜਾ ਵੀ ਆਪ ਹੈ ਤੇ ਰਾਜਾ ਵੀ ਆਪ ਹੈ। ਆਪੇ ਰਾਜਨ, ਆਪ ਹੀ ਰਾਜਾ ਹੈ। ਆਪੇ ਲੋਗਾ, ਆਪ ਹੀ ਲੋਕ ਸਰੂਪ ਹੈ, ਪ੍ਰਜਾ ਹੈ, ਸਰਬ ਵਿਆਪਕ ਹੈ ਨਾ।
ਰਾਜੇ ਵਿੱਚ ਵੀ ਉਹੀ ਹੈ, ਪ੍ਰਜਾ ਵਿੱਚ ਵੀ ਉਹੀ ਹੈ। ਆਪ ਨਿਰਬਾਣੀ ਆਪੇ ਭੋਗਾ। ਨਿਰਬਾਣੀ ਦਾ ਮਤਲਬ ਵਾਸ਼ਨਾ ਤੋਂ ਰਹਿਤ, ਤੇ ਭੋਗਾ ਦਾ ਮਤਲਬ ਭੋਗ ਭੋਗਣ ਵਾਲਾ। ਵਾਸ਼ਨਾ ਰਹਿਤ ਵੀ ਹੈ ਔਰ ਸਾਰਿਆਂ ਦੇ ਅੰਦਰ ਵਸਦਾ ਹੋਇਆ ਭੋਗ ਭੋਗਣ ਵਾਲਾ ਵੀ ਹੈ। ਯਾਨੀ ਜੋ ਨਿਰਲੇਪ ਹੋ ਗਏ ਨੇ ਔਰ ਜੋ ਭੋਗਾਂ ਦੇ ਵਿੱਚ ਲੱਗੇ ਨੇ, ਉਹਨਾਂ ਸਾਰਿਆਂ ਦੇ ਅੰਦਰ ਇੱਕ ਪ੍ਰਭੂ ਵਸ ਰਿਹਾ ਹੈ। ਇੱਥੇ ਥੋੜੀ ਜਿਹੀ ਗੱਲ ਸਮਝਣ ਵਾਲੀ ਹੈ। ਵੈਸੇ ਅਸੀਂ ਇਹਨਾਂ ਚੀਜ਼ਾਂ ਨੂੰ ਰਿਪੀਟ ਕਰ ਚੁੱਕੇ ਹਾਂ ਬਹੁਤ ਵਾਰੀ, ਕਿ ਜਿਹੜਾ ਭੋਗਾਂ ਵਿੱਚ ਲੱਗਾ ਹੋਇਆ, ਵਿਸ਼ੇ ਵਿਕਾਰਾਂ ਵਿੱਚ, ਅਸਲ ਦੇ ਅੰਦਰ ਰੱਬ ਤੇ ਉਹਦੇ ਵਿੱਚ ਵੀ ਹੈ। ਉਹਦੇ ਵਿੱਚ ਵੀ ਸੱਚਾਈ, ਉੱਚਾ ਆਚਰਣ, ਨਿਰਭੈਤਾ, ਨਿਰਵੈਰਤਾ ਆਦਿ ਕੇ ਸਾਰੇ ਗੁਣ ਮੌਜੂਦ ਨੇ, ਪਰ ਉਹਨਾਂ ਨੂੰ ਯੂਜ਼ ਨਹੀਂ ਕਰ ਰਿਹਾ। ਉਸ ਅੰਦਰਲੇ ਰੱਬ ਦੇ ਨਾਲ ਉਹ ਸੰਬੰਧ ਨਹੀਂ ਬਣਾ ਰਿਹਾ ਹੈ। ਉਹਦੇ ਵਿੱਚ ਵੀ ਹੈ। ਆਪੇ ਤਖਤ ਬਹਿ ਸੱਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਓ। ਤਖਤ ਦਾ ਮਤਲਬ ਤਖਤ ਉੱਤੇ, ਸੱਚ ਨਿਆਈ ਦਾ ਮਤਲਬ ਸੱਚਾ ਨਿਆਂ ਕਰਨ ਵਾਲਾ। ਉਹ ਸਦਾ ਸਥਿਰ ਰਹਿਣ ਵਾਲਾ, ਸੱਚਾ ਨਿਆਂ ਕਰਨ ਵਾਲਾ ਆਪ ਹੀ ਤਖਤ ਤੇ ਬੈਠਾ ਨਿਆਂ ਕਰ ਰਿਹਾ ਹੈ। ਇਸ ਲਈ ਮੇਰੀ ਸਾਰੀ ਕੂਕ ਪੁਕਾਰ ਮੁੱਕ ਗਈ ਹੈ, ਗਿਲਾ ਗੁਜ਼ਾਰੀ ਮੁੱਕ ਗਈ ਹੈ। ਹੁਣ ਮੈਨੂੰ ਕੋਈ ਰੱਬ ਤੇ ਕੋਈ ਸ਼ਿਕਵਾ ਨਹੀਂ, ਕੋਈ ਗਿਲਾ ਨਹੀਂ, ਕਿਉਂਕਿ ਉਹ ਸੱਚਾ ਹੈ ਔਰ ਨਿਆਂ ਕਰ ਰਿਹਾ ਹੈ ਸੱਚਾ। ਇਸ ਲਈ ਹੁਣ ਮੈਨੂੰ ਦੁੱਖ ਆਵੇ ਜਾਂ ਸੁੱਖ ਆਵੇ, ਗਿਲਾ ਨਹੀਂ ਹੈ ਕੋਈ ਵੀ। ਹੁਣ ਅਸੀਂ ਕਹਾਂਗੇ ਵੀ ਜੇ ਦੁੱਖ ਆਇਆ ਤੇ ਗਿਲਾ ਕਿਉਂ ਨਹੀਂ? ਆਮ ਬੰਦਾ ਤਾਂ ਗਿਲੇ ਕਰਦਾ ਹੈ, ਰੱਬ ਨੇ ਬੜਾ ਕਹਿਰ ਕੀਤਾ ਹੈ, ਮੇਰੇ ਅੰਦਰ ਇੰਨੀਆਂ ਯੋਗਤਾਵਾਂ ਸਨ, ਮੈਨੂੰ ਤੇ ਰੱਬ ਨੇ ਕੁਛ ਦਿੱਤਾ ਨਹੀਂ, ਆ ਸਾਡਾ ਗੁਆਂਢੀ ਵਿੱਚ ਕੋਈ ਯੋਗਤਾ ਨਹੀਂ, ਉਹਨੂੰ ਇੰਨਾ ਕੁਛ ਦੇ ਦਿੱਤਾ ਹੈ। ਹੁੰਦੇ ਨੇ ਨਾ ਗਿਲੇ ਗੁਜ਼ਾਰੀ। ਪਰ ਜਦੋਂ ਇਹ ਸਮਝ ਪੈ ਜਾਏ ਨਾ ਕਿ ਨਿਆਂ ਕਰਨ ਵਾਲਾ ਸੱਚਾ ਹੈ, ਯਾਨੀ ਕੁਦਰਤ ਦੇ ਜੋ ਨਿਯਮ ਨੇ ਉਹ ਬਿਲਕੁਲ ਸੱਚੇ ਨੇ, ਜਦੋਂ ਇਹਦੀ ਸਮਝ ਆਉਂਦੀ ਤਾਂ ਫਿਰ ਗਿਲੇ ਗੁਜ਼ਾਰੀ ਨਹੀਂ ਰਹਿੰਦੀ। ਫਿਰ ਅਸੀਂ ਆਪਣੇ ਜੀਵਨ ਨੂੰ ਪਰਖਦੇ ਹਾਂ ਕਿ ਜੇ ਮੇਰੇ ਜੀਵਨ ਅੰਦਰ ਕੋਈ ਦੁੱਖ ਆਇਆ ਹੈ ਤਾਂ ਉਹਦੇ ਵਿੱਚ ਰੱਬ ਦਾ ਜਾਂ ਕੁਦਰਤ ਦਾ ਕਸੂਰ ਨਹੀਂ, ਉੱਥੇ ਕਸੂਰ ਮੇਰੀ ਜ਼ਿੰਦਗੀ ਜੀਣ ਦੇ ਢੰਗ ਦਾ ਹੈ। ਮੈਂ ਕਿਤੇ ਨਿਯਮ ਤੋੜਿਆ ਹੈ। ਤੇ ਜਦੋਂ ਖੁਸ਼ੀ ਮਿਲਦੀ ਹੈ ਤਾਂ ਉਦੋਂ ਵੀ ਉਹਦੇ ਵਿੱਚ ਮੇਰਾ ਕੋਈ ਹੱਥ ਨਹੀਂ ਹੈ, ਕਿਉਂਕਿ ਮੈਂ ਨਿਯਮ ਦੇ ਵਿੱਚ ਚੱਲ ਰਿਹਾ ਤਾਂ ਨਿਯਮ ਵਿੱਚ ਖੁਸ਼ੀ ਮਿਲ ਰਹੀ ਹੈ। ਇਸ ਲਈ ਉਹ ਆਪ ਨਿਆਂ ਕਰਨ ਵਾਲਾ ਹੈ। ਇਸ ਲਈ ਮੇਰੀ ਸਾਰੀ ਕੂਕ ਪੁਕਾਰ ਚੁੱਕ ਗਈ ਹੈ, ਕਿਉਂਕਿ ਨਿਆਂ ਸੱਚਾ ਹੈ ਔਰ ਕਿਸੇ ਦੇ ਨਾਲ ਇਸ ਦੁਨੀਆ ਵਿੱਚ ਬੇਨਿਆਈ ਨਹੀਂ ਹੁੰਦੀ। ਦੁਨੀਆ ਦੇ ਅੰਦਰ ਸਾਰਿਆਂ ਨੂੰ ਹੀ 24 ਘੰਟੇ ਮਿਲਦੇ ਨੇ। ਸੂਰਜ ਚੰਦਰਮਾ ਇੱਕੋ ਹੀ ਹੈ। ਸੋਈ ਚੰਦ ਚੜ੍ਹੈ ਸਿਤਾਰੇ, ਸੋਈ ਦਿਨਯਰ ਤਪਤ ਰਹਿ। ਜਿਹੜੇ ਅਸੀਂ ਇੱਕ ਦੂਜੇ ਨਾਲ ਬੇਨਿਆਈ ਕਰਦੇ ਹਾਂ, ਖਾਸ ਕਰਕੇ ਸਾਡੀ ਕੰਟਰੀ ਦੇ ਅੰਦਰ, ਜਿੱਥੇ ਰਿਸ਼ਵਤਖੋਰੀ, ਚੋਰ ਬਾਜ਼ਾਰੀ 2 ਨੰਬਰ ਦੇ ਧੰਦੇ ਨੇ, ਉੱਥੇ ਹੁਣ ਰੱਬ ਦਾ ਕਸੂਰ ਨਹੀਂ ਹੈ, ਉੱਥੇ ਸਾਡੇ ਸਿਸਟਮ ਦਾ ਕਸੂਰ ਹੈ। ਅਸੀਂ ਸੱਚ ਨੂੰ ਨਹੀਂ ਅਪਣਾਇਆ, ਇਸ ਕਰਕੇ ਉੱਥੇ ਇਹ ਪ੍ਰੋਬਲਮਸ ਨੇ। ਜੇ ਅਸੀਂ ਸੱਚ ਨੂੰ ਬੇਸ ਬਣਾ ਕੇ ਆਪਣੇ ਕਾਨੂੰਨ, ਆਪਣੇ ਨਿਯਮ, ਜੀਵਨ ਦਾ ਢੰਗ ਬਣਾਈਏ ਤਾਂ ਇਹ ਸਮੱਸਿਆਵਾਂ ਵੀ ਸੋਲਵ ਹੋ ਸਕਦੀਆਂ ਨੇ। ਜਿਹਾ ਡਿੱਠਾ ਮੈਂ ਤੇਹੋ ਕਹਿਆ। ਗੁਰੂ ਜੀ ਕਹਿ ਰਹੇ ਨੇ ਕਿ ਗੁਰੂ ਦੀ ਰਹਿਮਤ ਨਾਲ ਮੈਂ ਪ੍ਰਭੂ ਨੂੰ ਜਿਹੋ ਜਿਹਾ ਵੇਖਿਆ ਉਹੋ ਜਿਹੀ ਮੈਂ ਕਿਹਾ ਹੈ। ਮੈਂ ਸਰਬ ਵਿਆਪਕ ਵੇਖਿਆ, ਇਹ ਸਰਬ ਵਿਆਪਕ ਕਹਿ ਰਿਹਾ। ਮੈਂ ਦੇਖਿਆ ਨਾ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ। ਜਿਹੋ ਜਿਹਾ ਮੈਂ ਵੇਖਿਆ, ਵੇਖਿਆ ਦਾ ਮਤਲਬ ਜੋ ਮੇਰੇ ਤਜਰਬੇ ਦੇ ਅੰਦਰ ਆਇਆ, ਮੈਂ ਉਹ ਗੱਲ ਕਹਿ ਰਿਹਾ। ਗੁਰਬਾਣੀ ਦੇ ਅੰਦਰ ਕੋਈ ਵੀ ਚੀਜ਼ ਸੁਣੀ ਸੁਣਾਈ ਨਹੀਂ ਹੈ। ਗੁਰਬਾਣੀ ਦੇ ਅੰਦਰ ਕਥਾ ਕਹਾਣੀਆਂ ਨਹੀਂ ਹਨ, ਕਹਾਣੀਆਂ ਨਹੀਂ ਹਨ। ਇੱਥੇ ਤਾਂ ਸੱਚਾਈ ਹੈ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਣਾ ਜੋ ਪੇਖੈ ਆਖੀ। ਜੋ ਅੱਖਾਂ ਨਾਲ ਵੇਂਦੇ, ਯਾਨੀ ਜੋ ਚੀਜ਼ ਤਜਰਬੇ ਵਿੱਚ ਆਈ ਹੈ, ਉਹ ਚੀਜ਼ ਕਹੀ ਗਈ ਹੈ। ਹੁਣ ਗੁਰੂ ਜੀ ਕਹਿੰਦੇ ਨੇ ਜਿਹੋ ਜਿਹਾ ਮੈਂ ਵੇਖਿਆ ਉਹੋ ਜਿਹਾ ਮੈਂ ਕਹਿ ਰਿਹਾ ਵਾਂ। ਰੱਬ ਸਰਬ ਵਿਆਪਕ ਹੈ, ਇੱਕ ਓੰਕਾਰ, ਇੱਕ ਹੀ ਫੈਲਿਆ ਹੋਇਆ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਜੋ ਦਿਸੈ ਸੋ ਤੇਰਾ ਰੂਪ। ਜਾਂ ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਆ ਦੁਨੀਆ ਹੀ ਰੱਬ ਦਾ ਰੂਪ ਹੈ। ਹੁਣ ਉਹਨਾਂ ਨੂੰ ਜੋ ਦਿਸ ਰਿਹਾ ਉਹ ਤਜਰਬੇ ਚੋਂ ਕਹਿ ਰਹੇ ਨੇ। ਸਾਡਾ ਤਜਰਬਾ ਇਹ ਤਾਂ ਹੈ ਨਹੀਂ। ਸਾਡਾ ਤਜਰਬਾ ਮੇਰ ਤੇਰ ਦਾ, ਅਸੀਂ ਮੇਰ ਤੇਰ ਦੀਆਂ ਗੱਲਾਂ ਕਰ ਰਹੇ ਹਾਂ।
ਸਾਡੇ ਬਾਬਿਆਂ ਦਾ ਤਜਰਬਾ ਤਾਂ ਇਹ ਹੈ ਨਹੀਂ, ਉਹਨਾਂ ਨੇ ਇਸ ਰੂਪ ਵਿੱਚ ਵੇਖੇ ਹੀ ਨਹੀਂ, ਇੰਨੀ ਸੋਚ ਹੀ ਵਿਸ਼ਾਲ ਨਹੀਂ, ਇਸ ਲਈ ਉਹ ਦਸਮ ਦੁਆਰ ਦੇ ਚੱਕਰਾਂ ਵਿੱਚ ਆਪ ਵੀ ਪਏ ਨੇ, ਦੂਜਿਆਂ ਨੂੰ ਵੀ ਪਾਉਂਦੇ ਨੇ ਪਏ। ਇਸ ਲਈ ਉਹ ਕਹਿ ਰਹੇ ਨੇ ਉੱਤੇ ਕਿਤੇ ਵੱਖਰੇ ਖੰਡ ਦੇ ਵਿੱਚ ਬੈਠਾ ਹੋਇਆ ਹੈ। ਤਾਂ ਗੁਰੂ ਜੀ ਕਹਿੰਦੇ ਨੇ ਤਿਸ ਰਸ ਆਇਆ ਜਿਨ ਭੇਦ ਲਹਿਆ। ਭੇਦ ਲਹਿਆ ਦਾ ਮਤਲਬ ਲੱਭਿਆ, ਸਮਝਿਆ। ਜਿਨ ਦਾ ਮਤਲਬ ਜਿਸ ਨੇ, ਜਿਸ ਮਨੁੱਖ ਨੇ ਇਹ ਭੇਦ ਲੱਭ ਲਿਆ, ਉਹਨੂੰ ਪ੍ਰਭੂ ਦੇ ਮਿਲਾਪ ਦਾ ਆਨੰਦ ਆ ਗਿਆ। ਤਿਸ ਰਸ ਆਇਆ, ਉਹਨੂੰ ਪ੍ਰਭੂ ਦੇ ਮਿਲਾਪ ਦਾ ਆਨੰਦ ਮਿਲਦਾ ਹੈ। ਜਿਨ ਭੇਦ ਲਹਿਆ, ਜਿਨਨੇ ਇਸ ਭੇਦ ਨੂੰ ਜਾਣ ਲਿਆ, ਜਿਨਨੇ ਇਸ ਭੇਦ ਨੂੰ ਸਮਝ ਲਿਆ ਕਿ ਆ ਸਾਰਾ ਕੁਝ ਰੱਬ ਹੀ ਹੈ, ਸਾਰਿਆਂ ਦੇ ਵਿੱਚ ਰੱਬ ਹੈ। ਜਿਨਨੇ ਇਸ ਭੇਦ ਨੂੰ ਸਮਝ ਲਿਆ, ਫਿਰ ਉਹ ਰੱਬ ਵਰਗਾ ਹੋ ਕੇ ਜੀਵੇਗਾ, ਰੱਬ ਵਰਗਾ ਬਿਹੇਵੀਅਰ ਕਰੇਗਾ, ਉਹਦੇ ਜੀਵਨ ਦੇ ਵਿੱਚ ਰਸ ਪੈਦਾ ਹੋ ਜਾਏਗਾ। ਤੇ ਜਿਹੜਾ ਬੰਦਾ ਇਸ ਤਰ੍ਹਾਂ ਨਹੀਂ ਸਮਝੇਗਾ, ਜਿਹਨੂੰ ਇਹ ਭੇਦ ਨਹੀਂ ਆਏਗਾ, ਜੋ ਐਸੀ ਜ਼ਿੰਦਗੀ ਨਹੀਂ ਜੀਵੇਗਾ, ਉਹਦੇ ਅੰਦਰ ਫਿਰ ਈਰਸ਼ਾ, ਦਵੇਸ਼, ਵੈਰ, ਵਿਰੋਧ ਬਣਿਆ ਰਹੇਗਾ। ਇਹਦੇ ਵਿੱਚ ਹੁਣ ਦੋਸ਼ ਕਿਹਦਾ ਹੈ? ਸਾਡਾ ਆਪਣਾ। ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਇੱਕ ਦਾ ਮਤਲਬ ਇੱਕ ਪ੍ਰਭੂ, ਪਸਾਰਿਆ ਦਾ ਮਤਲਬ ਵਿਆਪ ਰਿਹਾ ਹੈ, ਪਸਰਿਆ ਹੋਇਆ ਹੈ। ਹੇ ਨਾਨਕ, ਉਸ ਮਨੁੱਖ ਦੀ ਸੁਰਤ ਪ੍ਰਭੂ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ, ਉਹਨੂੰ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਤੇ ਉਹਨੂੰ ਫਿਰ ਸਾਰੇ ਵਿਆਪਕ ਇੱਕ ਪ੍ਰਭੂ ਹੀ ਦਿਸਦਾ ਹੈ। ਜੋਤੀ ਜੋਤ ਮਿਲੀ। ਹੁਣ ਇਹ ਜੋਤ ਜਿਹੜੀ ਹੈ, ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਵੈਸੇ ਤੁਸੀਂ ਕਲਾਸ ਵਾਲੇ ਸਾਰੇ ਵੀਰ ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰ ਰਹੇ ਹੋ। ਜੋਤੀ ਜੋਤ ਮਿਲੀ। ਹੁਣ ਜੋਤ ਦਾ ਮਤਲਬ ਇਹ ਨਹੀਂ ਕਿ ਵਿੱਚੋਂ ਇੰਨੀ ਕੁ ਜੋਤ ਨਿਕਲ ਕੇ ਦੂਜੀ ਜੋਤ ਵਿੱਚ ਮਿਲ ਗਈ। ਇੱਥੇ ਜੋਤ ਦਾ ਮਤਲਬ ਹੈ ਸੋਚ, ਮੈਂਟੈਲਿਟੀ। ਉਸ ਬੰਦੇ ਦੀ ਸੋਚ ਰੱਬ ਦੀ ਸੋਚ ਵਿੱਚ ਮਿਲ ਜਾਂਦੀ ਹੈ। ਜੇ ਮੈਂ ਆਪਣੀ ਸੀਮਤ ਸੋਚ ਨੂੰ ਵਿਸ਼ਾਲ ਸੋਚ ਦੇ ਅੰਦਰ ਮਿਲਾ ਦਿਆਂ ਤਾਂ ਮੈਂ ਰੱਬ ਦਾ ਰੂਪ ਹੋ ਗਿਆ। ਸੋਚ ਕਰ ਕੀ ਵੱਖਰਾ ਵਾ ਨਾ। ਮੇਰੀ ਸੋਚ ਅੰਦਰ ਕਾਮ ਕ੍ਰੋਧ ਨੇ, ਲੋਭ ਮੋਹ ਹੈ, ਈਰਖਾ ਦਵੇਸ਼ ਹੈ, ਵੈਰ ਵਿਰੋਧ ਨੇ। ਇਸ ਲਈ ਮੈਂ ਘਟੀਆ ਹਾਂ, ਨੀਵਾਂ। ਤੇ ਗੁਰੂ ਦੀ ਸੋਚ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਉਹਨਾਂ ਦੀ ਸੋਚ ਮਹਾਨ ਹੈ। ਰੱਬ ਦੀ ਸੋਚ ਮਹਾਨ ਹੈ। ਇਸ ਲਈ ਜਿਸ ਦਿਨ ਮੈਂ ਰੱਬ ਵਿੱਚ ਮਿਲਣਾ ਹੈ, ਉਸ ਦਿਨ ਮੇਰੀ ਸੋਚ ਰੱਬ ਵਿੱਚ ਮਿਲੇਗੀ। ਰੱਬ ਨੇ ਮੇਰੇ ਸਾਹਮਣੇ ਕੋਈ ਬੰਦਾ ਬਣ ਕੇ ਪ੍ਰਗਟ ਨਹੀਂ ਹੋਣਾ, ਉਹ ਤੇ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ ਹੈ। ਇਸ ਚੀਜ਼ ਦੀ ਸਮਝ ਆ ਜਾਏਗੀ। ਪਰ ਆਏਗੀ ਤਾਂ ਜਿਸ ਦਿਨ ਸਾਡੀ ਜੋਤ, ਸਾਡੀ ਸੋਚ ਗੁਰੂ ਦੀ ਸੋਚ ਵਿੱਚ ਮਿਲੇਗੀ। ਫਿਰ ਸਮਝ ਆ ਜਾਏਗੀ, ਜਨ ਨਾਨਕ ਇੱਕ ਪਸਾਰਿਆ ਜੀਓ, ਕਿ ਇੱਕ ਹੀ ਪਸਰਿਆ ਹੋਇਆ ਹੈ, ਇੱਕ ਹੀ ਫੈਲਿਆ ਹੋਇਆ ਹੈ। ਮਾਝ ਮਹਿਲਾ ਪੰਜਵਾਂ। ਜਿਤ ਘਰ ਪਿਰ ਸੁਹਾਗ ਬਣਾਇਆ। ਜਿਤ ਘਰ ਦਾ ਮਤਲਬ ਜਿਸ ਘਰ ਵਿੱਚ, ਰਾਰੇ ਨਾਲ ਸਿਹਾਰੀ ਹੈ, ਜਿਸ ਘਰ ਵਿੱਚ। ਪਿਰ ਦਾ ਮਤਲਬ ਪਤੀ ਨੇ, ਸੁਹਾਗ ਦਾ ਮਤਲਬ ਆਪਣਾ ਪ੍ਰਕਾਸ਼ ਕਰਨ ਦੇਣਾ, ਚੰਗੇ ਭਾਗ ਜਗਾ ਦੇਣੇ। ਜਿਸ ਘਰ ਦੇ ਅੰਦਰ, ਜਿਸ ਹਿਰਦੇ ਦੇ ਅੰਦਰ, ਜਿਸ ਸੋਚ ਦੇ ਅੰਦਰ ਪ੍ਰਭੂ ਨੇ ਆਪਣਾ ਪ੍ਰਕਾਸ਼ ਕਰਕੇ ਚੰਗਾ ਭਾਗ ਲਾ ਦਿੱਤਾ, ਮਤਲਬ ਭਾਗਾਂ ਵਾਲਾ ਬਣਾ ਦਿੱਤਾ। ਜਿਸ ਸੋਚ ਦੇ ਅੰਦਰ ਪ੍ਰਭੂ ਨੇ ਆਪਣਾ ਘਰ ਬਣਾ ਲਿਆ, ਟਿਕਾਣਾ ਬਣਾ ਲਿਆ, ਸੌਖੇ ਸ਼ਬਦਾਂ ਵਿੱਚ ਸਮਝ ਲਓ, ਉਹ ਭਾਗਾਂ ਵਾਲਾ ਹੋ ਗਿਆ। ਉਹਦੀ ਨਿਸ਼ਾਨੀ ਕੀ ਹੈ? ਜਿਸ ਘਰ ਅੰਦਰ, ਜਿਸ ਹਿਰਦੇ ਅੰਦਰ ਪ੍ਰਭੂ ਵਸ ਜਾਂਦਾ ਹੈ, ਉਹਦੀ ਨਿਸ਼ਾਨੀ ਕੀ ਹੈ? ਤਿਤ ਘਰ ਸਖੀਏ ਮੰਗਲ ਗਾਇਆ। ਸਖੀਏ ਦਾ ਮਤਲਬ ਹੈ ਸਖੀ, ਹੇ ਵੀਰ, ਹੇ ਭੈਣ, ਹੇ ਸਤਸੰਗੀ ਜਨ, ਹੇ ਮੇਰੀ ਮੱਤ, ਹੇ ਮੇਰੇ ਮਨ। ਉਸ ਘਰ ਦੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਇਆ ਜਾਂਦਾ ਹੈ। ਮੰਗਲ ਦਾ ਮਤਲਬ ਖੁਸ਼ੀਆਂ ਦਾ ਗੀਤ। ਉਸ ਘਰ ਦੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਇਆ ਜਾਂਦਾ ਹੈ। ਹੁਣ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਣ ਦਾ ਮਤਲਬ ਕਿ ਉਹ ਇਨਸਾਨ ਮਨ, ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ। ਇਹ ਨਿਸ਼ਾਨੀ ਹੈ ਪ੍ਰਭੂ ਮਿਲਾਪ ਦੀ। ਜਿਹਦੀ ਜੋਤ ਪ੍ਰਭੂ ਦੀ ਜੋਤ ਵਿੱਚ ਮਿਲ ਗਈ ਨਾ, ਉਸ ਬੰਦੇ ਦੀ ਇਹ ਨਿਸ਼ਾਨੀ ਹੋਏਗੀ ਕਿ ਉਹ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦਾ ਧਾਰਨੀ ਹੋਏਗਾ। ਆਨੰਦ ਬਿਨੋਦ ਤਿਤੈ ਕਰ ਸੋ ਹੈ,
ਜੋ ਧਨ ਕੰਤ ਸ਼ਿੰਗਾਰੀ ਜੀਓ। ਵਿਨੋਦ ਦਾ ਮਤਲਬ ਖੁਸ਼ੀਆਂ, ਸੋਹੇ ਦਾ ਮਤਲਬ ਸ਼ੋਭਦੇ ਨੇ, ਤਿਤੈ ਘਰ ਦਾ ਮਤਲਬ ਉਸ ਘਰ ਵਿੱਚ, ਧਨ ਦਾ ਮਤਲਬ ਇਸਤਰੀ, ਕੰਤ ਦਾ ਮਤਲਬ ਕੰਤ ਨੇ, ਸ਼ਿੰਗਾਰੀ ਦਾ ਮਤਲਬ ਜਿਸ ਨੂੰ ਸ਼ਿੰਗਾਰਿਆ ਹੈ, ਸੰਵਾਰਿਆ ਹੈ। ਜਿਸ ਜੀਵ ਇਸਤਰੀ ਨੂੰ ਪ੍ਰਭੂ ਖਸਮ ਨੇ ਆਤਮਕ ਸੁੰਦਰਤਾ ਬਖਸ਼ ਦਿੱਤੀ, ਜਿਸ ਜੀਵ ਨੂੰ ਪ੍ਰਭੂ ਨੇ ਸ਼ਿੰਗਾਰ ਦਿੱਤਾ, ਜਿਹਦਾ ਮੇਕਅਪ ਰੱਬ ਨੇ ਕਰ ਦਿੱਤਾ, ਉਸ ਦੇ ਹਿਰਦੇ ਦੇ ਅੰਦਰ ਆਤਮਕ ਆਨੰਦ ਸ਼ੋਭਦੇ ਨੇ, ਉਹਦੇ ਅੰਦਰ ਆਤਮਕ ਖੁਸ਼ੀਆਂ ਸ਼ੋਭਦੀਆਂ ਨੇ। ਹੁਣ ਆਮ ਹੈ ਨਾ, ਅਸੀਂ ਮੇਕਅਪ ਕਰਦੇ ਆ, ਇਸਤਰੀਆਂ ਵੀ ਪੁਰਸ਼ ਵੀ, ਬੰਦਾ ਆਪਣੇ ਆਪ ਨੂੰ ਸ਼ਿੰਗਾਰਦਾ ਤੇ ਬੰਦੇ ਦਾ ਤੇ ਥੋੜੇ ਕੰਮ ਵਿੱਚ ਚੱਲ ਜਾਂਦਾ, ਕੰਮ ਤੇ ਤੇਲ ਲਾਇਆ ਤੇ ਮੂੰਹ ਨੂੰ ਥੋੜਾ ਮਾਰ ਕੇ ਤੇ ਪੱਗ ਸ਼ੱਗ ਬਣ ਕੇ ਇਹਨੇ ਨਾਲ ਤਿਆਰ ਹੋ ਗਿਆ। ਤੇ ਬੀਬੀਆਂ ਭੈਣਾਂ ਇੱਥੇ ਤਾਂ ਵਾਟਰਪ੍ਰੂਫ ਜੇਕਰ ਮੇਕਅਪ ਕਰਾਉਣਾ ਹੋਵੇ ਤਾਂ ਲੱਖ ਲੱਖ, ਡੇਢ ਡੇਢ, 2-2 ਲੱਖ ਰੁਪਇਆ ਵੀ ਮੇਕਅਪ ਦਾ। ਮੇਰਾ ਮਤਲਬ ਇਹ ਨਹੀਂ ਕਿ ਕੋਈ ਮੇਕਅਪ ਨਾ ਕਰਾਏ, ਗੱਲ ਤਾਂ ਸ਼ਿੰਗਾਰਨ ਦੀ ਨਾ ਆਪਣੇ ਆਪ ਨੂੰ। ਇਸਤਰੀ ਆਪਣੇ ਆਪ ਨੂੰ ਸ਼ਿੰਗਾਰ ਰਹੀ ਹੈ, ਬੰਦਾ ਆਪਣੇ ਆਪ ਨੂੰ ਸ਼ਿੰਗਾਰ ਰਿਹਾ ਹੈ, ਸੋਹਣੇ ਤੋਂ ਸੋਹਣੇ ਕੱਪੜੇ ਪਾਏ ਨੇ, ਕੀਮਤੀ ਤੋਂ ਕੀਮਤੀ ਗਹਿਣੇ ਪਾਏ ਨੇ, ਕੀਮਤੀ ਤੋਂ ਕੀਮਤੀ ਪਰਫਿਊਮ ਲਗਾਏ ਨੇ। ਇਹ ਸਾਡਾ ਹੱਕ ਵੀ ਹੈ, ਫਰਜ਼ ਵੀ ਹੈ। ਕੀਮਤੀ ਕੱਪੜੇ ਪਾ ਕੇ, ਕੀਮਤੀ ਮੇਕਅਪ ਲਾ ਕੇ, ਕੀਮਤੀ ਪਰਫਿਊਮ ਲਗਾ ਕੇ ਬੰਦੇ ਦੇ ਅੰਦਰੋਂ ਨਫ਼ਰਤ ਦੀ ਬਦਬੂ ਆ ਰਹੀ ਹੈ। ਮਹਿੰਗੇ ਤੋਂ ਮਹਿੰਗੇ ਕੱਪੜੇ, ਬ੍ਰਾਂਡਡ ਕੱਪੜੇ ਪਾ ਕੇ ਬੰਦਾ ਰਿਸ਼ਵਤ ਲੈ ਰਿਹਾ, 1.5 ਲੱਖ ਰੁਪਏ ਦੇ ਪੈਨ ਦੇ ਨਾਲ ਬੰਦਾ ਗੜਬੜ ਕਰ ਰਿਹਾ ਹੈ, ਤਾਂ ਫਿਰ ਇਹ ਸ਼ਿੰਗਾਰ ਤੇ ਨਾ ਹੋਇਆ। ਤਾਂ ਗੁਰੂ ਜੀ ਕਹਿੰਦੇ ਨੇ ਜਿਹਨੂੰ ਰੱਬ ਨੇ ਸ਼ਿੰਗਾਰ ਦਿੱਤਾ, ਜਿਹੜੇ 6 ਸ਼ਿੰਗਾਰ ਅਸੀਂ ਰੋਜ਼ ਗੱਲਾਂ ਕਰਦੇ ਹਾਂ, ਜਿਸ ਤੇ ਆਤਮਿਕ ਜੀਵਨ ਨੂੰ ਪ੍ਰਭੂ ਨੇ ਸੋਹਣਾ ਬਣਾ ਦਿੱਤਾ, ਉਸ ਬੰਦੇ ਦੇ ਜੀਵਨ ਵਿੱਚ ਆਨੰਦ ਔਰ ਖੁਸ਼ੀਆਂ ਸ਼ੋਭਦੀਆਂ ਨੇ, ਬਾਕੀ ਸ਼ੋਭਾ ਨਹੀਂ ਪਾਉਂਦੀਆਂ। ਯਾਨੀ ਉਸ ਮਨੁੱਖ ਦੇ ਜੀਵਨ ਵਿੱਚ ਆਨੰਦ ਵੀ ਹੈ, ਖੁਸ਼ੀਆਂ ਵੀ ਨੇ, ਜਿਹਨੂੰ ਰੱਬ ਨੇ ਸ਼ਿੰਗਾਰਿਆ, ਜਿਹਨੂੰ ਰੱਬ ਨੇ ਗੁਣਾ ਕਰਕੇ ਸੋਹਣਾ ਬਣਾਇਆ। ਸਾ ਗੁਣਵੰਤੀ ਸਾ ਵਡ ਭਾਗਣ। ਸਾ ਦਾ ਮਤਲਬ ਉਹ ਜੀਵ ਇਸਤਰੀ, ਜਿਸ ਜੀਵ ਇਸਤਰੀ ਨੇ ਪ੍ਰਭੂ ਨਾਲ ਪਿਆਰ ਕੀਤਾ ਹੈ, ਜਿਸ ਵੀ ਮਨੁੱਖ ਨੇ, ਉਹ ਗੁਣਵਾਨ ਬਣ ਜਾਂਦੀ ਹੈ, ਗੁਣਾਂ ਦੀ ਮਾਲਕ ਬਣ ਜਾਂਦੀ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ। ਯਾਨੀ ਉਹ ਇਨਸਾਨ ਗੁਣਾਂ ਦਾ ਮਾਲਕ ਹੈ, ਉਹ ਇਨਸਾਨ ਵੱਡੇ ਭਾਗਾਂ ਵਾਲਾ ਹੈ। ਪੁੱਤਰਵੰਤੀ, ਸ਼ੀਲਵੰਤ, ਸੁਹਾਗਣ, ਉਹ ਪੁੱਤਰ ਧੀਆਂ ਵਾਲੀ ਹੈ। ਹੁਣ ਦੇਖੋ ਇੱਥੇ ਪੁੱਤਰ ਧੀਆਂ ਕਿਹਨੂੰ ਕਹਿ ਰਹੇ ਨੇ? ਆਤਮ ਗਿਆਨ ਰੂਪੀ ਪੁੱਤਰ, ਸ਼ੁਭ ਗੁਣਾ ਰੂਪੀ ਪੁੱਤਰ, ਕਿਉਂਕਿ ਪ੍ਰਭੂ ਨਾਲ ਪਿਆਰ ਤੇ ਕੁਆਰੇ ਬੱਚੇ ਬੱਚੀਆਂ ਵੀ ਕਰਦੇ ਨੇ ਨਾ। ਪ੍ਰਭੂ ਨਾਲ ਪਿਆਰ ਤੇ ਉਹ ਵੀ ਕਰਦੇ ਨੇ ਜਿਹੜੇ ਵਿਚਾਰੇ ਖੁਸਰੇ ਨੇ, ਉਹ ਵੀ, ਔਰ ਪ੍ਰਭੂ ਨਾਲ ਪਿਆਰ ਤੇ ਉਹਨਾਂ ਦੀ ਵੀ ਹੈ ਜਿਹੜੀਆਂ ਔਰਤਾਂ ਬਾਂਝ ਨੇ, ਜਿਨ੍ਹਾਂ ਦੇ ਘਰ ਔਲਾਦ ਨਹੀਂ। ਤਾਂ ਇੱਥੇ ਪੁੱਤਰਵੰਤੀ ਦਾ ਮਤਲਬ ਹੈ ਕਿ ਉਹਦੇ ਅੰਦਰ ਸ਼ੁਭ ਗੁਣਾਂ ਦਾ, ਆਤਮਿਕ ਗਿਆਨ ਦਾ ਪੁੱਤਰ ਪੈਦਾ ਹੋ ਜਾਂਦਾ ਹੈ। ਸ਼ੀਲਵੰਤ ਦਾ ਮਤਲਬ ਉਹ ਮਿੱਠੇ ਸੁਭਾਅ ਵਾਲੀ ਬਣ ਜਾਂਦੀ ਹੈ, ਤੇ ਸੁਹਾਗਣ ਦਾ ਮਤਲਬ ਭਾਗਾਂ ਵਾਲੀ ਬਣ ਜਾਂਦੀ। ਜਿਸ ਜੀਵ ਇਸਤਰੀ ਨੇ ਪ੍ਰਭੂ ਨਾਲ ਪਿਆਰ ਕੀਤਾ, ਉਹੀ ਅਸਲ ਦੇ ਅੰਦਰ ਆਤਮ ਗਿਆਨ ਰੂਪ ਪੁੱਤਰ ਵਾਲੀ ਹੈ, ਉਹੀ ਚੰਗੇ ਸੁਭਾਅ ਵਾਲੀ ਹੈ, ਔਰ ਉਹੀ ਭਾਗਾਂ ਵਾਲੀ ਹੈ। ਰੂਪਵੰਤ ਸਾ ਸੁਘੜ ਵਿਚਖਣ। ਇਹਨੂੰ ਵਿਚਖਣ ਨਹੀਂ ਪੜਨਾ, ਵਿਚਖਣ। ਜੋ ਤਨ ਕੰਤ ਪਿਆਰੀ ਜੀਓ। ਰੂਪਵੰਤ ਦਾ ਮਤਲਬ ਚੰਗੇ ਰੂਪ ਵਾਲੀ, ਸੁਘੜ ਦਾ ਮਤਲਬ ਸੁਚੱਜੀ, ਜਿਸ ਦਾ ਮਨ ਬੜਾ ਸੋਹਣਾ ਘੜਿਆ ਹੋਵੇ, ਸੁਘੜ, ਜਿਹਦਾ ਮਨ, ਜਿਹਦਾ ਜੀਵਨ ਬੜਾ ਸੋਹਣਾ ਘੜਿਆ ਹੈ। ਵਿਚਖਣ ਦਾ ਮਤਲਬ ਸਿਆਣੀ। ਕੰਤ ਪਿਆਰੀ ਦਾ ਮਤਲਬ ਰੱਬ ਦੀ ਪਿਆਰੀ। ਉਹਦਾ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਹੈ। ਉਹ ਸੁਚੱਜੀ ਘਾੜਤ ਵਾਲੇ ਮਨ ਦੀ ਮਾਲਕ ਤੇ ਚੰਗੀ ਸੂਝ ਦੀ ਮਾਲਕ ਬਣ ਜਾਂਦੀ ਹੈ, ਜੋ ਪ੍ਰਭੂ ਦੇ ਨਾਲ ਪਿਆਰ ਕਰਦੀ ਹੈ। ਯਾਨੀ ਜੋ ਰੱਬੀ ਗੁਣਾਂ ਨਾਲ ਪਿਆਰ ਕਰ ਰਿਹਾ ਹੈ, ਰੱਬੀ ਰਜ਼ਾ ਵਿੱਚ ਤੁਰ ਰਿਹਾ ਹੈ, ਅਸਲ ਉਹ ਆਤਮਿਕ, ਸੋਹਣੇ ਆਤਮਿਕ ਜੀਵਨ ਵਾਲਾ ਹੈ, ਉਹ ਚੰਗੀ ਜੀਵਨ ਦੀ ਘਾੜਤ ਵਾਲਾ ਹੈ, ਉਹੀ ਚੰਗੇ ਸੁਭਾਅ ਵਾਲਾ ਹੈ, ਉਹੀ ਪ੍ਰਭੂ ਦਾ ਪਿਆਰਾ ਹੈ। ਆਚਾਰਵੰਤ ਸਾਈ ਪ੍ਰਧਾਨੇ। ਇਹਨੂੰ ਸਾਈ ਨਹੀਂ ਪੜਨਾ, ਸਾਈ। ਸਾਈ ਦਾ ਮਤਲਬ ਉਹ, ਪ੍ਰਧਾਨੇ ਦਾ ਮਤਲਬ ਪ੍ਰਧਾਨ, ਮੰਨੀ ਪਰਮੰਨੀ। ਆਚਾਰਵੰਤ ਦਾ ਮਤਲਬ ਚੰਗੇ ਆਚਰਨ ਵਾਲੀ।
ਜੋ ਜੀਵ ਇਸਤਰੀ ਪ੍ਰਭੂ ਨਾਲ ਪਿਆਰ ਕਰਨ ਵਾਲੀ ਹੈ, ਉਹ ਚੰਗੇ ਆਚਰਨ ਵਾਲੀ ਹੈ, ਉਹਦਾ ਆਚਰਨ ਉੱਚਾ ਹੋ ਜਾਂਦਾ ਹੈ, ਉਹ ਦੁਨੀਆ ਦੇ ਵਿੱਚ ਮਹਾਨ ਹੋ ਜਾਂਦੀ ਹੈ। ਦੇਖੋ, ਜੋ ਮਨ, ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਦੇ ਧਾਰਨੀ ਨੇ, ਜੋ ਹੁਕਮ ਰਜ਼ਾਈ ਚੱਲ ਕੇ ਸਚਿਆਰ ਨੇ, ਉਹ ਕਦੇ ਕਰੈਕਟਰਲੈਸ ਥੋੜਾ ਹੋਣਗੇ, ਉੱਚੇ ਆਚਰਨ ਵਾਲੇ ਹੋਣਗੇ, ਉਹਨਾਂ ਦੀ ਸੋਚ ਉੱਚੀ ਹੋਏਗੀ। ਔਰ ਜਿਨ੍ਹਾਂ ਦੀ ਸੋਚ ਚੰਗੀ ਹੈ, ਆਚਰਨ ਚੰਗਾ ਹੈ, ਅਸਲ ਦੇ ਅੰਦਰ ਉਹ ਪ੍ਰਧਾਨ ਨੇ, ਉਹ ਮੰਨੇ ਪ੍ਰਮੰਨੇ ਨੇ, ਉਹਨਾਂ ਨੂੰ ਪ੍ਰਧਾਨਗੀਆਂ ਵਾਸਤੇ ਲੜਨ ਦੀ ਲੋੜ ਨਹੀਂ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾਹ ਮਾਨ, ਪੰਚੇ ਸੋ ਹੈ ਦਰ ਰਾਜਾਨ। ਹੁਣ ਭਾਈ ਭਗਤ ਪੂਰਨ ਸਿੰਘ ਸਨ, ਤਾਂ ਉਹਨਾਂ ਨੂੰ ਪ੍ਰਧਾਨਗੀਆਂ ਦੇ ਇਲੈਕਸ਼ਨ ਲੜਨ ਦੀ ਥੋੜਾ ਲੋੜ ਸੀ, ਤਾਂ ਉਹੀ ਮੰਨੇ ਪਰਮੰਨੇ ਹੋ ਜਾਂਦੇ ਨੇ। ਸਭ ਸ਼ਿੰਗਾਰ ਬਣੇ ਤਿਸ ਗਿਆਨੇ, ਗਿਆਨੇ ਦਾ ਮਤਲਬ ਗਿਆਨ ਦੀ ਰਾਹੀਂ, ਗਿਆਨੇ ਦਾ ਮਤਲਬ ਗਿਆਨ ਦੀ ਰਾਹੀਂ, ਬਣੇ ਦਾ ਮਤਲਬ ਫੱਬਦੇ ਨੇ। ਪ੍ਰਭੂ ਦੇ ਨਾਲ ਡੂੰਗੀ ਸਾਂਝ ਦਾ ਸਦਕਾ ਆਤਮਿਕ ਗੁਣ ਉਹਦੇ ਜੀਵਨ ਨੂੰ ਸੰਵਾਰ ਦਿੰਦੇ ਨੇ, ਉਹਨੂੰ ਸਾਰੇ ਸ਼ਿੰਗਾਰ ਫਿਰ ਫੱਬਦੇ ਨੇ। ਸਾਰੇ ਸ਼ਿੰਗਾਰ ਕਿਵੇਂ ਫੱਬਦੇ ਨੇ? ਅੱਖਾਂ ਉਹਦੀਆਂ ਸ਼ਿੰਗਾਰੀਆਂ ਹੋਈਆਂ ਨੇ, ਚੰਗਾ ਵੇਖਦੀਆਂ ਨੇ, ਕੰਨ ਉਹਦੇ ਚੰਗਾ ਸੁਣਦੇ ਨੇ, ਜ਼ਬਾਨ ਉਹਦੀ ਚੰਗਾ ਬੋਲਦੀ ਹੈ, ਸਾਰੇ ਦੇ ਸਾਰੇ ਸ਼ੁਭ ਗੁਣ ਉਹਦੇ ਜੀਵਨ ਦੀ ਸ਼ੋਭਾ ਵਧਾਰੇ ਹੋ ਰਹੇ ਨੇ। ਇਹ ਗੁਰੂ ਦੇ ਗਿਆਨ ਸਦਕਾ, ਰੱਬੀ ਗੁਣਾਂ ਦੇ ਨਾਲ ਡੂੰਗੀ ਸਾਂਝ ਸਦਕਾ। ਸਾ ਕੁਲਵੰਤੀ ਸਾ ਸਭਰਾਈ, ਜੋ ਪਿਰਕੈ ਰੰਗ ਸਵਾਰੀ ਜੀਓ। ਸਭਰਾਈ, ਸਭਰਾਈ ਦਾ ਮਤਲਬ ਭਰਾਵਾਂ ਵਾਲੀ ਵੀ ਕਹਿ ਦਿੰਦੇ ਨੇ, ਸਭਰਾਈ ਦਾ ਮਤਲਬ ਭਾਗਾਂ ਵਾਲੀ, ਵੈਸੇ ਭਰਾਵਾਂ ਵਾਲੀ ਹੁੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਉਹ ਹੀ ਉੱਚੀ ਕੁਲ ਵਾਲੀ ਹੈ। ਕਈ ਵਾਰ ਪਿੰਡਾਂ ਦੇ ਵਿੱਚ, ਸ਼ਹਿਰਾਂ ਵਿੱਚ ਲੜਾਈ ਹੋਈ ਨਾ, ਤੇ ਬੀਬੀਆਂ ਜਾਂ ਬੰਦੇ ਵੀ ਇੱਕ ਦੂਜੇ ਨੂੰ ਮਿਹਣੇ ਮਾਰਦੇ ਨੇ, ਤੂੰ ਗੰਦੇ ਖਾਨਦਾਨ ਦਾ, ਮੇਰਾ ਖਾਨਦਾਨ ਉੱਚਾ, ਮੇਰੇ ਨਾਲ ਬੋਲ ਕੇ ਵੇਖੀ ਮੇਰੇ ਭਰਾ, ਹੁਣੇ ਮੈਂ ਫੋਨ ਕਰਦਾ, ਮੇਰੇ ਭਰਾ ਤੇਰੀਆਂ ਤੋੜ ਦੇਣਗੇ ਲੱਤਾਂ, ਹੈ ਨਾ, ਇੱਕ ਦੂਜੇ ਉੱਤੇ ਰੋਪ ਪਾਉਂਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਸਲ ਦੇ ਅੰਦਰ ਜੋ ਪਿਰਕੇ ਰੰਗ ਸਵਾਰੀ ਜੀਓ, ਜਿਸ ਜੀਵ ਇਸਤਰੀ ਨੇ ਪ੍ਰਭੂ ਦੇ ਪਿਆਰ ਦੇ ਅੰਦਰ ਆਪਣੇ ਜੀਵਨ ਨੂੰ ਸੰਵਾਰ ਲਿਆ ਹੈ, ਅਸਲ ਵਿੱਚ ਉਹ ਹੀ ਉੱਚੇ ਕੁਲਾਂ ਵਾਲੀ ਹੈ, ਉਹੀ ਭਰਾਵਾਂ ਵਾਲੀ ਹੈ, ਜਿਨਨੇ ਆਪਣੇ ਆਪ ਨੂੰ ਪ੍ਰਭੂ ਦੇ ਪਿਆਰ ਵਿੱਚ ਰੰਗਿਆ ਹੈ। ਨਹੀਂ ਤੇ ਜਿੰਨੇ ਮਰਜ਼ੀ ਭਰਾ ਹੋਣ, ਜਿੰਨੇ ਮਰਜ਼ੀ ਉੱਚੇ ਕੁੱਲ ਹੋਣ, ਜੇ ਕਰੈਕਟਰ ਠੀਕ ਨਹੀਂ, ਬੋਲ ਬਾਣੀ ਠੀਕ ਨਹੀਂ, ਤੇ ਭਰਾ ਕੀ ਕਰਨਗੇ, ਪੇਕੇ ਕੀ ਕਰਨਗੇ, ਨਾਨਕੇ ਦਾਦਕੇ ਕੀ ਕਰਨਗੇ? ਗੱਲ ਤਾਂ ਗੁਣਾਂ ਦੀ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਉਹ ਜੀਵ ਇਸਤਰੀ ਭਾਗਾਂ ਵਾਲੀ ਮਹਾਨ ਹੈ, ਜਿਸ ਨੇ ਪ੍ਰਭੂ ਦੇ ਪਿਆਰ ਅੰਦਰ ਆਪਣੇ ਆਤਮਿਕ ਜੀਵਨ ਨੂੰ ਸੋਹਣਾ ਬਣਾਇਆ। ਮਹਿਮਾ ਤਿਸਕੀ ਕਹਿਣ ਨਾ ਜਾਏ, ਐਸੀ ਜੀਵ ਇਸਤਰੀ ਦੀ, ਐਸੇ ਮਨੁੱਖ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਇਹੋ ਜਿਹੀ ਹੁਣ ਕੋਈ ਵੀ ਇਸਤਰੀ ਹੈ ਜਾਂ ਪੁਰਸ਼ ਹੈ, ਉਹਦੀ ਮਹਿਮਾ ਨੂੰ ਕਿਵੇਂ ਬਿਆਨ ਕਰੋਗੇ? ਕਿਹੜੇ ਲਫ਼ਜ਼ਾਂ ਨਾਲ ਬਿਆਨ ਕਰੋਗੇ? ਜੋ ਹਰ ਇੱਕ ਦੇ ਅੰਦਰ ਰੱਬ ਨੂੰ ਵੇਖ ਕੇ ਹਰ ਇੱਕ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਦਾ ਹੈ, ਉੱਚੇ ਆਚਰਨ ਦਾ ਹੈ, ਜਿਸ ਦੇ ਅੰਦਰ ਸੱਚਾਈ ਹੈ, ਦਇਆ ਧਰਮ ਹੈ, ਜੋ ਸਚਿਆਰ ਬਣ ਕੇ ਜ਼ਿੰਦਗੀ ਜੀ ਰਿਹਾ, ਕੋਈ ਲਫ਼ਜ਼ ਹੈ ਨੇ ਜਿਨ੍ਹਾਂ ਲਫ਼ਜ਼ਾਂ ਨਾਲ ਉਹਨਾਂ ਦੀ ਮਹਿਮਾ ਬਿਆਨ ਕਰ ਸਕੋ। ਮੀਰ ਮੰਨੂ ਦੇ ਜੇਲ੍ਹ ਅੰਦਰ ਜਿਨ੍ਹਾਂ ਭੈਣਾਂ ਨੇ ਸ਼ਹੀਦੀਆਂ ਪਾਈਆਂ ਨੇ, ਆਪਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ, ਗਲਿਆਂ ਦੇ ਹਾਰ ਬਣਾ ਕੇ, ਸੱਚ ਨੂੰ ਨਹੀਂ ਛੱਡਿਆ, ਕਿਹੜੇ ਲਫ਼ਜ਼ਾਂ ਨਾਲ ਉਹਨਾਂ ਦੀ ਮਹਿਮਾ ਬਿਆਨ ਕਰੋਗੇ? ਬਾਬਾ ਬੰਦਾ ਬਹਾਦਰ ਦੀ ਬਿਆਨ ਕਰਨ ਵਾਸਤੇ ਕੋਈ ਲਫ਼ਜ਼ ਹੈ ਨੇ? ਲਫ਼ਜ਼ ਮੁੱਕ ਜਾਣਗੇ ਕਿ ਆਪਣੇ ਪੁੱਤਰ ਦਾ ਕਲੇਜਾ ਮੂੰਹ ਚ ਪਵਾ ਕੇ ਤੇ ਦੂਜਿਆਂ ਨੂੰ ਛਾਤੀਆਂ ਚੌੜੀਆਂ ਕਰਕੇ ਤੁਰਨ ਰੋਗੇ ਕਰ ਜਾਣਾ, ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਹਿੱਸੇ ਆਉਂਦਾ ਨਾ। ਐਸੇ ਲੋਕਾਂ ਦੀ ਮਹਿਮਾ ਕਿਵੇਂ ਕਰੋ? ਜੋ ਫਿਰ ਮੇਲ ਲਈ ਅੰਗ ਲਾਏ, ਅੰਗ ਦਾ ਮਤਲਬ ਸਰੀਰ ਨਾਲ ਲਗਾ ਕੇ, ਚਰਨੀ ਲਗਾ ਕੇ, ਜਿਸ ਨੂੰ ਪ੍ਰਭੂ ਨੇ ਆਪਣੇ ਚਰਨਾਂ ਦੇ ਨਾਲ ਲਗਾ ਕੇ ਆਪਣੇ ਨਾਲ ਮਿਲਾ ਲਿਆ, ਉਹਦੀ ਮਹਿਮਾ ਕਿਵੇਂ ਕਰੋਗੇ? ਜੋ ਰੱਬ ਵਰਗੀ ਹੀ ਬਣ ਗਈ, ਜਿਹੜੀ ਬੂੰਦ ਸਾਗਰ ਵਿੱਚ ਮਿਲ ਕੇ ਸਾਗਰ ਹੀ ਹੋ ਗਈ, ਉਹਦੀ ਮਹਿਮਾ ਕਿਵੇਂ ਕਰੋਗੇ? ਫਿਰ ਸੁਹਾਗ ਵਰ ਅਗੰਮ ਅਗੋਚਰ, ਜਨ ਨਾਨਕ ਪ੍ਰੇਮ ਸਾਧਾਰੀ ਜੀਓ। ਥਿਰ ਦਾ ਮਤਲਬ ਸਦਾ ਰਹਿਣ ਵਾਲਾ, ਵਰ ਦਾ ਮਤਲਬ ਖਸਮ, ਅਗੰਮ ਦਾ ਮਤਲਬ ਅਪਹੁੰਚ, ਅਗੋਚਰ ਦਾ ਮਤਲਬ ਜਿੱਥੋਂ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ, ਸਾਧਾਰੀ ਦਾ ਮਤਲਬ
आधारी आसरे वाली आसरे सहित, हे नानक ਜਿਹੜਾ ਪ੍ਰਭੂ ਅਪਹੁੰਚ ਹੈ, ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਜੀਵ ਇਸਤਰੀ ਦਾ ਸਦਾ ਕਾਇਮ ਰਹਿਣ ਵਾਲਾ ਸੁਹਾਗ ਭਾਗ ਬਣ ਜਾਂਦਾ ਹੈ ਤੇ ਉਸ ਜੀਵ ਇਸਤਰੀ ਨੂੰ ਪ੍ਰੇਮ ਦਾ ਆਸਰਾ ਮਿਲ ਜਾਂਦਾ ਹੈ। ਜਿਹੜਾ ਪ੍ਰਭੂ ਅਗੰਮ ਹੈ, ਅਗੋਚਰ ਹੈ, ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਪਕੜ ਤੋਂ ਪਰੇ ਹੈ, ਜੋ ਗੁਰੂ ਦੱਸੇ ਰਾਹਾਂ ਤੇ ਚੱਲ ਕੇ ਆਪਣੀ ਸੁਰਤ ਨੂੰ ਪ੍ਰਭੂ ਦੇ ਅੰਦਰ ਅਭੇਦ ਕਰ ਦਿੰਦਾ ਹੈ, ਉਹ ਉਹਦਾ ਸदैवी ਸੁਹਾਗ ਬਣ ਜਾਂਦਾ ਹੈ। ਮਤਲਬ ਉਹਦੇ ਹਿਰਦੇ ਵਿੱਚ ਆਵਸਥਾ ਹੈ ਔਰ ਉਹਨੂੰ ਫਿਰ ਪ੍ਰੇਮ ਦਾ ਆਸਰਾ ਮਿਲਦਾ ਹੈ। ਉਹਦੀ ਜ਼ਿੰਦਗੀ ਵਿੱਚ ਪ੍ਰੇਮ ਪ੍ਰਗਟ ਹੁੰਦਾ ਹੈ ਔਰ ਉਹ ਪ੍ਰੇਮ ਦੇ ਸਹਾਰੇ ਦੇ ਨਾਲ ਇਸ ਜੀਵਨ ਨੂੰ ਬਤੀਤ ਕਰਦਾ ਹੈ। ਮਾਝ ਮਹਿਲਾ ਪੰਜਵਾਂ। ਖੋਜਤ ਖੋਜਤ ਦਰਸ਼ਨ ਚਾਹੇ। ਖੋਜਤ ਦਾ ਮਤਲਬ ਭਾਲ ਕਰਦਿਆਂ, ਦਰਸ਼ਨ ਚਾਹੇ ਦਾ ਮਤਲਬ ਦਰਸ਼ਨ ਦੀਆਂ ਤਾਂਘਾਂ ਕੀਤੀਆਂ। ਅਨੇਕਾਂ ਲੋਕ ਜੰਗਲਾਂ ਪਹਾੜਾਂ ਵਿੱਚ ਭਾਲ ਕਰਦੇ ਕਰਦੇ ਪ੍ਰਭੂ ਦੇ ਦਰਸ਼ਨ ਦੀਆਂ ਤਾਂਘਾਂ ਕਰਦੇ ਨੇ, ਤਾਂਘ ਕਰਦੇ ਨੇ ਕਿ ਮੈਨੂੰ ਰੱਬ ਦੇ ਦਰਸ਼ਨ ਹੋਣ। ਪਹਾੜਾਂ ਤੇ ਚਲੇ ਗਏ, ਜੰਗਲਾਂ ਵਿੱਚ ਚਲੇ ਗਏ, ਨਦੀਆਂ ਦੇ ਦਰਿਆਵਾਂ ਦੇ ਕੰਢਿਆਂ ਤੇ ਚਲੇ ਗਏ, ਤੀਰਥਾਂ ਤੇ ਭਟਕਦੇ ਰਹੇ, ਧਰਤੀ ਦਾ ਭਰਮਣ ਕਰਦੇ ਰਹੇ। ਕਿੰਨੇ ਲੋਕ ਨੇ ਤਾਂਘ ਰੱਖ ਰਹੇ ਨੇ ਰੱਬ ਦੇ ਦਰਸ਼ਨ ਹੋਣ। ਭਾਂਤ ਭਾਂਤ ਬਨ ਬਨ ਅਵਗਾਹੇ। ਇਹਨੂੰ ਭਾਤ ਭਾਤ ਨਹੀਂ ਪੜਨਾ, ਭਾਂਤ ਜਿਵੇਂ ਹਿੰਦੀ ਚ ਭਾਂਤੀ ਹੁੰਦਾ ਨਾ, ਭਾਂਤ ਭਾਂਤ ਬਨ ਬਨ ਅਵਗਾਹੇ। ਅਵਗਾਹੇ ਦਾ ਮਤਲਬ ਗਾਹ ਮਾਰੇ, ਭਾਂਤ ਭਾਂਤ ਦਾ ਮਤਲਬ ਕਈ ਕਿਸਮ ਦੇ, ਬਨ ਦਾ ਮਤਲਬ ਜੰਗਲ। ਕਈ ਕਿਸਮਾਂ ਦੇ ਜੰਗਲ ਗਾਹ ਮਾਰਦੇ ਨੇ, ਲੇਕਿਨ ਰੱਬ ਦੇ ਦਰਸ਼ਨ ਨਹੀਂ ਹੁੰਦੇ, ਕਿਉਂਕਿ ਜਿਸ ਰੱਬ ਨੂੰ ਉਹ ਮੰਨੀ ਬੈਠੇ ਨੇ ਉਹ ਰੱਬ ਹੀ ਹੈ ਨਹੀਂ। ਜਿਹਨੂੰ ਮੰਨੀ ਬੈਠੇ ਨੇ ਕਿ ਉੱਤੇ ਹੈ, ਜਿਹਨੂੰ ਮੰਨੀ ਬੈਠੇ ਨੇ ਕਿ ਜੰਗਲਾਂ ਵਿੱਚ ਫਿਰਨ ਦੇ ਨਾਲ ਦਰਸ਼ਨ ਹੋਣਗੇ, ਜਿਹਨੂੰ ਮੰਨੀ ਬੈਠੇ ਨੇ ਕਿ ਕਰਮ ਕਾਂਡ ਕਰਨ ਨਾਲ ਦਰਸ਼ਨ ਹੋਣਗੇ, ਉਹ ਤੇ ਦਰਸ਼ਨ ਕਦੇ ਵੀ ਨਹੀਂ ਹੋਣੇ ਜਦੋਂ ਸੋਚ ਨੂੰ ਬਦਲਣਾ ਹੀ ਨਹੀਂ। ਜਿਹੜਾ ਸਾਹਮਣੇ ਪ੍ਰਗਟ ਰੱਬ ਹੈ, ਇਹਨੂੰ ਉਹ ਰੱਬ ਮੰਨਦੇ ਨਹੀਂ, ਇਹਨੂੰ ਉਹ ਦਰਸ਼ਨ ਸਮਝਦੇ ਨਹੀਂ, ਤੇ ਜਿਹਨੂੰ ਉਹ ਦਰਸ਼ਨ ਸਮਝਦੇ ਨੇ ਉਹ ਕਦੇ ਹੋਣੇ ਨਹੀਂ। ਇਹਨਾਂ ਕੰਮਾਂ ਨਾਲ ਤਾਂ ਹੋਣੇ ਨਹੀਂ। ਭਾਂਤ ਭਾਂਤ ਬਨ ਬਨ ਅਵਗਾਹੇ। ਕਈ ਕਿਸਮਾਂ ਦੇ ਨਾਲ ਅਨੇਕਾਂ ਅਨੇਕਾਂ ਜੰਗਲਾਂ ਨੂੰ ਖੋਜ ਮਾਰਦੇ ਨੇ। ਪਰ ਗੁਰੂ ਜੀ ਸਾਨੂੰ ਹੁਣ ਸਮਝਾ ਰਹੇ ਨੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜੀਓ ਆਣ ਮਿਲਾਵੇ ਜੀਓ। ਆਣ ਦਾ ਮਤਲਬ ਲਿਆ ਕੇ, ਨਿਰਗੁਣ ਸਰਗੁਣ। ਨਿਰਗੁਣ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ, ਜਿਹਦੇ ਵਿੱਚ ਮਾਇਆ ਦੇ 3 ਗੁਣ ਨਹੀਂ ਹਨ। ਸਰਗੁਣ ਦਾ ਮਤਲਬ ਅਦਿਸਤਾ ਜਗਤ, ਜਿਸ ਦਾ ਸਾਰਾ ਸਰੂਪ, ਜਿਹਦਾ ਸਰੂਪ ਹੈ, ਰਚੇ ਹੋਏ ਜਗਤ ਦੇ ਸਰੂਪ ਵਾਲਾ ਹੈ। ਗੁਰੂ ਜੀ ਕਹਿੰਦੇ ਨੇ ਕਿ ਉਹ ਪ੍ਰਭੂ ਮਾਇਆ ਦੇ 3 ਗੁਣਾਂ ਤੋਂ ਵੱਖਰਾ ਵੀ ਹੈ ਔਰ 3 ਗੁਣੀ ਸੰਸਾਰ ਵੀ ਉਸੇ ਦਾ ਰੂਪ ਹੈ। ਕੋਈ ਵਿਰਲਾ ਐਸਾ ਹੈ ਜੋ ਉਹਨੂੰ ਲਿਆ ਕੇ ਮਿਲਾ ਸਕਦਾ ਹੈ। ਕੋਈ ਵਿਰਲਾ ਐਸਾ ਹੈ ਜਿਹੜਾ ਮੈਨੂੰ ਰੱਬ ਦੇ ਨਾਲ ਮਿਲਾ ਦੇ। ਹੁਣ ਇਹ ਚੀਜ਼ ਨੂੰ ਥੋੜਾ ਸਮਝੋ ਕਿ ਨਿਰਗੁਣ ਸਰਗੁਣ ਇੱਕੋ ਹੀ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾਧਾਰ ਜਿਨ ਸਗਲੀ ਮੋਹੀ। ਇਹ ਗੱਲ ਸਮਝਣ ਵਾਲੀ ਹੈ। ਪਾਣੀ, ਬਰਫ਼ ਜਿਹੜੀ ਪਾਣੀ ਤੋਂ ਵੱਖਰੀ ਨਹੀਂ, ਪਾਣੀ ਹੀ ਬਰਫ਼ ਬਣ ਗਿਆ ਹੈ। ਪਾਣੀ ਹੀ ਭਾਪ ਬਣ ਜਾਂਦਾ ਹੈ। ਭਾਪ ਹੀ ਠੰਡੀ ਹੋ ਕੇ ਪਾਣੀ ਬਣ ਜਾਂਦੀ ਹੈ। ਪਾਣੀ ਹੀ ਠੰਡਾ ਹੋ ਕੇ ਬਰਫ਼ ਬਣ ਜਾਂਦਾ ਹੈ। ਪਾਣੀ ਹੀ ਹੈ 3 ਰੂਪਾਂ ਵਿੱਚ। ਸਮੁੰਦਰ ਕਿਨਾਰੇ ਜਾਓ, ਉੱਥੇ ਝੱਗ ਹੈ, ਉੱਥੇ ਲਹਿਰਾਂ ਨੇ, ਉੱਥੇ ਬੁਲਬੁਲੇ ਨੇ, ਪਰ ਹੈ ਸਾਰਾ ਕੁਝ ਉਹ ਪਾਣੀ ਹੀ, ਇੱਕੋ ਹੀ ਹੈ। ਐਵੇਂ ਨਿਰਗੁਣ ਔਰ ਸਰਗੁਣ ਇੱਕੋ ਹੀ ਹੈ। ਕੋਈ ਹੈ ਜਿਹੜਾ ਮੈਨੂੰ ਉਹਦੇ ਨਾਲ ਮਿਲਾ ਦੇਵੇ, ਮੈਨੂੰ ਉਹਦੀ ਸੂਝ ਬਖਸ਼ੇ, ਮੈਨੂੰ ਉਹਦਾ ਗਿਆਨ ਬਖਸ਼ੇ, ਮੈਨੂੰ ਉਹਦੇ ਨਾਲ ਸਾਂਝ ਪਾਣੀ ਦੱਸੇ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਖਟ ਸ਼ਾਸਤ ਵਿਚਰਤ ਮੁਖ ਗਿਆਨਾ। ਖਟ ਦਾ ਮਤਲਬ 6, ਖਟ ਸ਼ਾਸਤ ਦਾ ਮਤਲਬ 6 ਸ਼ਾਸਤਰ, ਸ਼ਾਂਖ, ਨਿਆਏ, ਵੈਸ਼ੇਸ਼ਿਕ, ਮੀਮਾਂਸਾ, योग और वेदांत। ਵਿਚਰਤ ਦਾ ਮਤਲਬ ਉਪਦੇਸ਼ ਕਰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਈ ਐਸੇ ਨੇ ਜੋ 6 ਸ਼ਾਸਤਰਾਂ ਨੂੰ ਵਿਚਾਰਦੇ ਨੇ, ਵਿਚਰਤ ਵਿਚਾਰਦੇ ਨੇ।
ਮੁੱਖ ਗਿਆਨਾਂ ਔਰ ਮੂੰਹ ਦੇ ਨਾਲ ਉਹਨਾਂ ਦਾ ਗਿਆਨ ਸੁਣਾਉਂਦੇ ਨੇ। 6 ਸ਼ਾਸਤਰਾਂ ਨੂੰ ਵਿਚਾਰਦੇ ਨੇ ਔਰ ਜ਼ਬਾਨ ਦੇ ਨਾਲ ਉਹਨਾਂ ਦਾ ਗਿਆਨ ਸੁਣਾਉਂਦੇ ਨੇ। ਪੂਜਾ, ਤਿਲਕ, ਤੀਰਥ, ਇਸ਼ਨਾਨਾ। ਕਈ ਲੋਕ ਐਸੇ ਨੇ ਜਿਹੜੇ ਪੂਜਾ ਕਰਦੇ ਨੇ, ਪੱਤੀਆਂ ਲੈ ਆਂਦੀਆਂ, ਫੁੱਲ ਲੈ ਆਂਦੇ, ਧੂਫਾਂ ਦਿਖਾ ਲਈਆਂ, ਤਿਲਕ ਲਗਾ ਲਏ ਮੱਥੇ ਤੇ, ਠਾਕੁਰ ਨੂੰ ਤਿਲਕ ਲਗਾ ਲਏ। ਤੀਰਥ ਇਸ਼ਨਾਨਾ, ਕਈ ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਅਲੱਗ-ਅਲੱਗ ਕਰਮ ਨੇ। ਕਈ ਐਸੇ ਨੇ ਜਿਹੜੇ ਪੂਜਾ ਕਰਦੇ ਨੇ, ਤਿਲਕ ਲਗਾਉਂਦੇ ਨੇ, ਤੀਰਥਾਂ ਆਦਿਕ ਤੇ ਇਸ਼ਨਾਨ ਕਰਦੇ ਨੇ। ਨਿਵਲੀ ਕਰਮ ਆਸਨ 84 ਇਨਮਹਿ ਸ਼ਾਂਤ ਨ ਆਵੇ ਜੀਓ। ਨਿਵਲੀ ਕਰਮ ਦਾ ਮਤਲਬ ਨਿਉਲੀ ਕਰਮ। ਇਹ ਨਿਉਲੀ ਕਰਮ ਜਾਂ ਨਿਵਲੀ ਕਰਮ ਇੱਕ ਯੋਗਿਕ ਕਿਰਿਆ ਹੈ, ਯੋਗ ਕਿਰਿਆ ਹੈ। ਆਂਦਰਾਂ ਦੀ ਵਰਜਿਸ਼ ਇਹਨੂੰ ਕਹਿ ਸਕਦੇ ਹਾਂ। ਸਵੇਰੇ ਖਾਲੀ ਪੇਟ ਹੱਥ ਗੋਡਿਆਂ ਤੇ ਰੱਖ ਕੇ ਥੋੜਾ ਥੱਲੇ ਨੂੰ ਝੁੱਕ ਕੇ ਲਿਫ ਕੇ ਪਹਿਲਾਂ ਜ਼ੋਰ ਦੇ ਨਾਲ ਸਾਹ ਅੰਦਰ ਨੂੰ ਖਿੱਚੀਦਾ ਤੇ ਫਿਰ ਸਾਹ ਬਾਹਰ ਕੱਢ ਕੇ ਆਂਦਰਾਂ ਨੂੰ ਖਿੱਚ ਲਈਦਾ ਤੇ ਇੱਕ ਚੱਕਰ ਦੇ ਵਿੱਚ ਘੁਮਾਈਦਾ। ਤੁਸੀਂ ਬਾਬੇ ਰਾਮਦੇਵ ਨੂੰ ਵੇਖਿਆ ਹੋਣਾ ਢਿੱਡ ਨੂੰ ਘੁਮਾਉਂਦੇ ਆ ਆਂਦਰਾਂ, ਇਧਰ ਨੂੰ ਔਰ ਇਧਰ ਨੂੰ, ਉਹਨੂੰ ਕਹਿੰਦੇ ਨੇ ਨਿਉਲੀ ਕਰਮ। ਬਹੁਤ ਸਾਰੇ ਲੋਕ ਐਸੇ ਨੇ ਜੋ ਨਿਉਲੀ ਕਰਮ ਕਰ ਰਹੇ ਨੇ। ਆਸਨ 84 ਜੋ ਯੋਗੀਆਂ ਦੇ 84 ਆਸਣ ਮੰਨੇ ਗਏ ਨੇ। ਕੁਝ ਲੋਕ 84 ਆਸਣ ਕਰ ਰਹੇ ਨੇ, ਸਾਰੇ ਦੇ ਸਾਰੇ ਯੋਗ ਆਸਣ ਕਰ ਰਹੇ ਨੇ। ਗੁਰੂ ਜੀ ਕਹਿੰਦੇ ਨੇ ਇਨਮੇ ਸ਼ਾਂਤ ਨਾ ਆਵੇ ਜੀਓ। ਇਹਨਾਂ ਕਰਮਾਂ ਦੇ ਵਿੱਚ ਸ਼ਾਂਤੀ ਤਾਂ ਮਿਲਦੀ ਨਹੀਂ, ਮਨ ਦੀ ਸ਼ਾਂਤੀ ਤਾਂ ਨਹੀਂ ਹੈ। ਹੁਣ ਜੇ ਤੁਸੀਂ ਪੇਟ ਦੀਆਂ ਆਂਦਰਾਂ ਨੂੰ ਤੇ ਘੁਮਾ ਲਓ ਤੇ ਜੇ ਤੁਹਾਨੂੰ ਘੰਟਾ ਡੇਢ ਘੰਟਾ ਰੋਟੀ ਨਾ ਮਿਲੇ, ਲੇਟ ਹੋ ਜਾਓ, ਫਿਰ ਪ੍ਰੋਬਲਮ ਕ੍ਰੀਏਟ ਹੋ ਗਈ। ਪਾਣ ਵਾਸਤੇ ਕੱਪੜੇ ਨਾ ਮਿਲਣ, ਬਿਮਾਰ ਹੋ ਜਾਓ। ਹੋਰ ਕਿੰਨੀਆਂ ਸਾਰੀਆਂ ਲੋੜਾਂ ਨੇ। ਜੇ ਅੰਦਰ ਕ੍ਰੋਧ ਹੈ, ਅੰਦਰ ਲੋਭ ਹੈ, ਤਾਂ ਅੰਦਰ ਤਾਂ ਅਸ਼ਾਂਤੀ ਬਣੀ ਰਹਿਣੀ। ਕਈ ਬੰਦੇ ਨੇ ਬੜੀਆਂ ਸਮਾਧੀਆਂ ਲਾਉਂਦੇ ਨੇ, ਲੇਕਿਨ ਸਮਾਧੀ ਤੋਂ ਉੱਠਦਿਆਂ ਸਾਰ ਭਾਂਡੇ ਤੋੜਦੇ ਨੇ ਘਰਾਂ ਦੇ, ਇੱਕ ਦੂਜੇ ਦੇ ਨਾਲ ਲੜਦੇ ਨੇ। ਜੇ ਮਾੜਾ ਜਿਹਾ ਘਰ ਵਾਲੀ ਤੋਂ ਲੂਣ ਜ਼ਿਆਦਾ ਹੋ ਗਿਆ ਤੇ ਸਮਾਧੀ ਲਾ ਕੇ ਉੱਠਿਆ ਬੰਦਾ ਥਾਲੀ ਉਹ ਮਾਰਦਾ ਟੀਵੀ ਦੀ ਸਕਰੀਨ ਦੇ ਉੱਤੇ। ਸ਼ਾਂਤੀ ਥੋੜਾ ਆਉਂਦੀ ਇਹਨਾਂ ਕੰਮਾਂ ਨਾਲ। ਤਾਂ ਗੁਰੂ ਜੀ ਕਹਿੰਦੇ ਨੇ ਇਹਨਾਂ ਕੰਮਾਂ ਦੇ ਨਾਲ ਵੀ ਸ਼ਾਂਤੀ ਨਹੀਂ ਆਉਂਦੀ। ਅਨੇਕ ਬਰਖ ਕੀਏ ਜਪ ਤਾਪਾ। ਕਈ ਲੋਕ ਅਨੇਕਾਂ ਸਾਲ ਜਪ ਕਰਦੇ ਨੇ ਔਰ ਤਪ ਸਾਧਦੇ ਨੇ। ਜਪ ਜਪਨ ਦਾ ਮਤਲਬ ਹੁੰਦਾ ਹੈ ਇੱਕ ਸ਼ਬਦ ਨੂੰ ਬਾਰ-ਬਾਰ ਰਿਪੀਟ ਕਰੀ ਜਾਣਾ। ਇੱਕ ਸ਼ਬਦ ਨੂੰ ਬਾਰ-ਬਾਰ ਰਿਪੀਟ ਕਰੀ ਜਾਣਾ, ਬਾਰ-ਬਾਰ ਬੋਲੀ ਜਾਣਾ ਇੱਕੋ ਹੀ ਸ਼ਬਦ, ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ, ਜਾਂ ਕੋਈ ਹੋਰ ਸ਼ਬਦ। ਅਨੇਕ ਬਰਖ, ਅਨੇਕਾਂ ਸਾਲ ਕੀਏ ਜਪ ਤਾਪਾ, ਜਪ ਕਰਦੇ ਨੇ ਔਰ ਤਪ ਸਾਧਦੇ ਨੇ। ਤਪ ਦਾ ਮਤਲਬ ਧੂਣੀਆਂ ਵਗੈਰਾ ਤਾ ਕੇ ਵਿੱਚ ਬਹਿਣਾ, ਸਰੀਰ ਨੂੰ ਕਸ਼ਟ ਦੇਣੇ। ਗਵਨ ਕੀਆ ਧਰਤੀ ਪਰਮਾਤਾ। ਪਰਮਾਤਾ ਦਾ ਮਤਲਬ ਭਰਮ ਦੇ ਫਿਰਨਾ, ਤੁਰੇ ਫਿਰਨਾ। ਗਵਨ ਦਾ ਮਤਲਬ ਭਰਮਣ। ਸਾਰੀ ਧਰਤੀ ਉੱਤੇ ਭਰਮਣ ਕਰਦੇ ਨੇ, ਤੁਰੇ ਫਿਰਦੇ ਨੇ। ਬਹੁਤ ਸਾਰੇ ਜੋਗੀ, ਬਹੁਤ ਸਾਰੇ ਬਾਬੇ ਐਸੇ ਨੇ ਜੋ ਧਰਤੀ ਤੇ ਭਰਮਣ ਕਰਨ ਨੂੰ ਹੀ ਭਗਤੀ ਸਮਝਦੇ ਨੇ ਔਰ ਧਰਤੀ ਦੇ ਉੱਤੇ ਭਰਮਦੇ ਰਹਿੰਦੇ ਨੇ। ਇੱਕ ਖਿਨ ਹਿਰਦੈ ਸ਼ਾਂਤ ਨ ਆਵੇ ਜੋਗੀ, ਬਹੁੜ ਬਹੁੜ ਉਠ ਧਾਵੇ ਜੀਓ। ਇਹ ਜੋਗੀ ਇਹ ਸਾਰੇ ਕਰਮ ਕਰਨ ਦੇ ਨਾਲ ਇੱਕ ਪਲ ਵਾਸਤੇ ਵੀ ਹਿਰਦੇ ਵਿੱਚ ਸ਼ਾਂਤੀ ਨਹੀਂ ਹੁੰਦੀ। ਫਿਰ ਵੀ ਜੋਗੀ ਇਹਨਾਂ ਜਪਾਂ ਤਪਾਂ ਦੇ ਪਿੱਛੇ ਮੁੜ-ਮੁੜ ਦੌੜਦਾ ਹੈ। ਇਸ ਪੰਕਤੀ ਦੇ ਅਰਥ ਦੋ ਢੰਗਾਂ ਨਾਲ ਕੀਤੇ ਨੇ। ਇੱਕ ਤਾਂ ਇਹ ਕਿ ਇਕਖਿਨ ਹਿਰਦੈ ਸ਼ਾਂਤ ਨਾ ਆਵੇ ਜੋਗੀ, ਬਹੁੜ ਬਹੁੜ ਉਠ ਧਾਵੇ ਜੀਓ, ਕਿ ਹਿਰਦੇ ਵਿੱਚ ਇਕਖਿਨ ਵਾਸਤੇ ਵੀ ਸ਼ਾਂਤੀ ਨਹੀਂ ਆਉਂਦੀ, ਫਿਰ ਵੀ ਜੋਗੀ ਇਹਨਾਂ ਜਪਾਂ ਤਪਾਂ ਦੇ ਪਿੱਛੇ ਮੁੜ-ਮੁੜ ਕੇ ਦੌੜਦਾ ਹੈ। ਦੂਜਾ ਅਰਥ ਕੀਤਾ ਹੈ ਫਿਰ ਵੀ ਇੱਕ ਮੁਹਤ ਲਈ ਵੀ ਠੰਡ ਚੈਨ ਉਹਦੇ ਦਿਲ ਵਿੱਚ ਪ੍ਰਵੇਸ਼ ਨਹੀਂ ਕਰਦੀ ਤੇ ਯੋਗੀ ਦਾ ਮਨਵਾ ਜਿਹੜਾ ਹੈ ਦੌੜਦਾ ਹੈ, ਜੋਗੀ ਦਾ ਧਿਆਨ ਭਟਕਦਾ ਹੈ, ਮਨ ਦੌੜਦਾ ਹੈ। ਇਹ ਕਰਮ ਕਰਨ ਦੇ ਨਾਲ ਵੀ ਦੋਵਾਂ ਦਾ ਭਾਵ ਇੱਕੋ ਹੀ ਹੈ। ਐਸੇ ਕਰਮ ਕਰਨ ਦੇ ਨਾਲ ਇੱਕ ਪਲ ਵਾਸਤੇ ਵੀ ਸ਼ਾਂਤੀ ਨਹੀਂ ਆਉਂਦੀ ਤੇ ਲੋਕ ਫਿਰ ਵੀ ਮੁੜ-ਮੁੜ ਕੇ ਇਹ ਕੰਮ ਕਰਨ ਲਈ ਦੌੜੇ ਫਿਰਦੇ ਨੇ, ਸਮਾਧੀਆਂ ਲਾਉਣ ਲਈ, ਜਪ ਕਰਨ ਲਈ, ਤਪ ਕਰਨ ਲਈ, ਤੀਰਥਾਂ ਤੇ ਜਾਣ ਲਈ,
ਵਰਤ ਨਰਾਤਿਆਂ ਲਈ, ਸਰਾਧਾਂ ਲਈ ਲੋਕੀ ਦੌੜ ਰਹੇ ਨੇ, ਜੋਤ ਕੁੰਮ ਨਾਰੀਅਲ ਵਾਸਤੇ, ਜੋਤਸ਼ੀਆਂ ਕੋਲ, ਬਾਬਿਆਂ ਕੋਲ ਲੋਕ ਦੌੜ ਰਹੇ ਨੇ। ਇੱਕ ਪਲ ਵਾਸਤੇ ਵੀ ਇਹਨਾਂ ਕੰਮਾਂ ਨਾਲ ਸ਼ਾਂਤੀ ਨਹੀਂ ਆਉਂਦੀ ਹੈ ਜੋਗੀ, ਸ਼ਾਂਤੀ ਨਹੀਂ ਆਉਂਦੀ। ਤੇ ਫਿਰ ਵੀ ਜੋਗੀ ਵੀ ਤੇ ਹੋਰ ਲੋਕ ਵੀ ਇਹਨਾਂ ਕੰਮਾਂ ਦੇ ਪਿੱਛੇ ਹੀ ਦੌੜੇ ਫਿਰਦੇ ਨੇ। ਪਤਾ ਹੈ ਇਹਨਾਂ ਕੰਮਾਂ ਨਾਲ ਸ਼ਾਂਤੀ ਨਹੀਂ ਹੈ। ਤਾਂ ਫਿਰ ਹੁਣ ਇਹਦਾ ਹੱਲ ਕੀ ਹੈ? ਸਾਨੂੰ ਕਰਨਾ ਕੀ ਚਾਹੀਦਾ ਹੈ? ਅਸਲੀਅਤ ਕੀ ਹੈ? ਕਰ ਕਿਰਪਾ ਮੋਹਿ ਸਾਧ ਮਿਲਾਇਆ। ਇੱਥੇ ਸਾਧ ਦਾ ਮਤਲਬ ਸਾਧੂ ਨਹੀਂ ਹੈ, ਕਿਉਂਕਿ ਸਾਧੂਆਂ ਬਾਰੇ ਪਿੱਛੇ ਦੱਸ ਰਹੇ ਨੇ ਕਿ ਫਿਰ ਰਹੇ ਨੇ, ਧਰਤੀਆਂ ਤੇ ਘੁੰਮ ਰਹੇ ਨੇ, ਜੋ ਸਮਾਧੀਆਂ ਲਾ ਰਹੇ ਨੇ ਉਹ ਬਿਆਨ ਕਰ ਰਹੇ ਨੇ। ਇੱਥੇ ਸਾਧ ਦਾ ਮਤਲਬ ਹੈ ਗੁਰੂ। ਕਰ ਕਿਰਪਾ ਮੋਹਿ ਸਾਧ ਮਿਲਾਇਆ, ਪ੍ਰਭੂ ਨੇ ਕਿਰਪਾ ਕਰਕੇ ਮੈਨੂੰ ਗੁਰੂ ਮਿਲਾ ਦਿੱਤਾ। ਮੇਰਾ ਮਿਲਾਪ ਗੁਰੂ ਦੇ ਨਾਲ ਹੋ ਗਿਆ, ਮੈਂ ਗੁਰੂ ਦੇ ਚਰਨਾਂ ਦੀ ਸ਼ਰਨ ਪ੍ਰਾਪਤ ਕਰ ਲਈ। ਮਨ ਤਨ ਸ਼ੀਤਲ ਧੀਰਜ ਪਾਇਆ, ਮੇਰਾ ਮਨ ਵੀ ਠੰਡਾ ਹੋ ਗਿਆ, ਮੇਰਾ ਤਨ ਵੀ ਠੰਡਾ ਹੋ ਗਿਆ, ਮੈਨੂੰ ਧੀਰਜ ਮਿਲ ਗਈ। ਗੁਰੂ ਪਾਸੋਂ ਮੈਨੂੰ ਧੀਰਜ ਮਿਲੀ, ਧਰਵਾਸ ਮਿਲਿਆ, ਆਸਰਾ ਮਿਲਿਆ, ਜੀਵਨ ਦਾ ਢੰਗ ਮਿਲਿਆ, ਗਿਆਨ ਮਿਲਿਆ, ਵਿਜ਼ਨ ਮਿਲਿਆ, ਤੇ ਮੇਰਾ ਮਨ ਵੀ ਸ਼ੀਤਲ ਔਰ ਤਨ ਵੀ ਸ਼ੀਤਲ। ਮਨ ਸ਼ੀਤਲ ਦਾ ਮਤਲਬ ਮੇਰੇ ਅੰਦਰ ਵੀ ਠੰਡਕ ਵਰਗੀ, ਮਾਨਸਿਕ ਤੌਰ ਤੇ ਮੈਂ ਸ਼ਾਂਤ ਹੋ ਗਿਆ। ਤੇ ਤਨ ਸ਼ੀਤਲ ਦਾ ਮਤਲਬ ਹੁਣ ਮੇਰਾ ਬਿਹੇਵੀਅਰ ਵੀ ਸ਼ਾਂਤ ਹੈ, ਮੇਰੀ ਬੋਲ ਬਾਣੀ ਵੀ ਚੰਗੀ ਹੈ, ਮੇਰਾ ਤੱਕਣਾ ਵੀ ਚੰਗਾ ਹੈ, ਵਿਕਾਰਾਂ ਵਾਲੇ ਪਾਸੇ ਮੇਰਾ ਭੱਜ ਦੌੜ ਨਹੀਂ ਹੈ। ਪਹਿਲਾਂ ਮੇਰੀ ਵਿਕਾਰਾਂ ਵੱਲ ਭੱਜ ਦੌੜ ਹੁੰਦੀ ਸੀ, ਹੁਣ ਨਹੀਂ ਹੈ। ਹੁਣ ਮੈਂ ਮਨ ਕਰਕੇ ਵੀ ਸ਼ਾਂਤ ਹਾਂ, ਤਨ ਕਰਕੇ ਵੀ ਸ਼ਾਂਤ ਹਾਂ। ਗੁਰੂ ਨੇ ਮੈਨੂੰ ਧੀਰਜ ਦਿੱਤਾ ਹੈ, ਗੁਰੂ ਨੇ ਮੈਨੂੰ ਗਿਆਨ ਦਿੱਤਾ ਹੈ, ਗੁਰੂ ਨੇ ਮੈਨੂੰ ਜੀਵਨ ਦਾ ਢੰਗ ਦਿੱਤਾ ਹੈ। ਤਾਂ ਸਾਰੇ ਇਹ ਹੁਣ ਤੱਕ ਦੀ ਸ਼ਬਦ ਦੇ ਵਿਚਾਰ ਦਾ ਨਿਚੋੜ ਕਿ ਜਿੰਨੇ ਵੀ ਇਹ ਕਰਮ ਕਾਂਡ ਨੇ, ਇਹ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਅੰਦਰ ਕਦੇ ਸ਼ਾਂਤੀ ਆਦਿਕ ਨਹੀਂ ਹੁੰਦੀ। ਸਗੋਂ ਜਦੋਂ ਅਸੀਂ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਹਾਂ, ਉਦੋਂ ਮਨ ਨੂੰ ਧੀਰਜ ਆਉਂਦਾ ਹੈ, ਉਦੋਂ ਮਨ ਸ਼ਾਂਤ ਹੁੰਦਾ ਹੈ। ਪ੍ਰਭ ਅਬਿਨਾਸ਼ੀ ਬਸਿਆ ਕਟ ਅੰਤਰ, ਹਰ ਮੰਗਲ ਨਾਨਕ ਗਾਵੇ ਜੀਓ। ਮੰਗਲ ਦਾ ਮਤਲਬ ਸਿਫਤ ਸਲਾਹ ਦੇ ਗੀਤ, ਖੁਸ਼ੀ ਦੇ ਗੀਤ। ਅਬਿਨਾਸ਼ੀ ਦਾ ਮਤਲਬ ਨਾਸ਼ ਰਹਿਤ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਕਰਕੇ ਨਾਸ਼ ਰਹਿਤ ਪ੍ਰਭੂ ਮੇਰੇ ਹਿਰਦੇ ਦੇ ਅੰਦਰ ਆ ਵਸਿਆ ਹੈ, ਮੇਰੀ ਸੋਚ ਵਿੱਚ ਵਸ ਗਿਆ ਹੈ। ਤੇ ਯਾਦ ਰੱਖਣਾ, ਜਿਹਦੀ ਸੋਚ ਦੇ ਅੰਦਰ ਰੱਬ ਵਸ ਜਾਂਦਾ ਹੈ, ਉਹਦੀ ਨਿਸ਼ਾਨੀ ਕੀ, ਉਹਦੀ ਪਰਖ ਕਿਵੇਂ ਹੋਵੇ ਕਿ ਵਸ ਗਿਆ ਰੱਬ? ਸਭ ਕਹਤੇ हैं ਪਾਇਆ ਵੈਸ, ਤੇ ਸਾਰੇ ਕਹਿੰਦੇ ਨੇ ਅਸੀਂ ਪਾ ਲਿਆ, ਪਰ ਨਿਸ਼ਾਨੀ ਕੀ ਹੈ? ਜਦੋਂ ਪ੍ਰਭੂ ਮੇਰੇ ਹਿਰਦੇ ਵਿੱਚ ਵਸੇਗਾ ਤਾਂ ਉਦੋਂ ਉਹਦਾ ਰਿਜ਼ਲਟ ਕੀ ਨਿਕਲੇਗਾ, ਨਤੀਜਾ ਕੀ ਹੋਏਗਾ, ਜ਼ਿੰਦਗੀ ਕੈਸੀ ਹੋਏਗੀ? ਹਰ ਮੰਗਲ ਨਾਨਕ ਗਾਵੇ ਜੀਓ। ਇੱਥੇ ਨਾਨਕ ਦੇ ਕੱਕੇ ਥੱਲੇ ਔਂਕੜ ਹੈ, ਮਤਲਬ ਗੁਰੂ ਜੀ ਆਪਣੇ ਆਪ ਵਾਸਤੇ ਕਹਿ ਰਹੇ ਨੇ। ਨਾਨਕ ਇੱਥੇ ਕਰਤਾ ਕਾਰਕ। ਤਾਂ ਨਾਨਕ ਹੁਣ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਉਂਦਾ ਹੈ। ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਉਂਦਾ ਦਾ ਮਤਲਬ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦਾ ਹੈ, ਕਿਉਂਕਿ ਅਬਿਨਾਸ਼ੀ ਪ੍ਰਭੂ ਮਨ ਵਿੱਚ ਵਸ ਗਿਆ। ਤੇ ਜੋ ਜੀ ਹੋਏ ਸੋ ਉਗਵੇ ਮੂੰਹ ਕਾ ਕਹਿਆ ਵਾਓ। ਜੋ ਅੰਦਰ ਹੈ, ਅੰਦਰ ਕਮਾਣਾ ਸਰ ਪਰ ਉਗੜੇ, ਚੰਗਾ ਜਾਂ ਮਾੜਾ ਪ੍ਰਗਟ ਹੋ ਜਾਂਦਾ ਹੈ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਜਿਹਾ ਬੀਜੈ ਸੋ ਲੂਣਾ। ਤਾਂ ਜਦੋਂ ਅੰਦਰ ਰੱਬ ਵਸ ਗਿਆ ਤਾਂ ਹੁਣ ਜੀਵਨ ਦੇ ਅੰਦਰ ਰੱਬੀ ਗੁਣ ਨੇ, ਰੱਬੀ ਸਿਫਤ ਸਲਾਹ ਹੈ। ਮਾਝ ਮਹਿਲਾ ਪੰਜਵਾਂ। ਪਾਰ ਬ੍ਰਹਮ ਅਪਰੰਪਰ ਦੇਵਾ। ਅਪਰੰਪਰ ਦਾ ਮਤਲਬ ਜਿਸ ਦਾ ਪਾਰ ਨਹੀਂ ਪਾਇਆ ਜਾਂਦਾ। ਤਾਂ ਪ੍ਰਭੂ ਜਿਹੜਾ ਹੈ ਪਾਰ ਬ੍ਰਹਮ ਹੈ, ਪ੍ਰਕਾਸ਼ ਸਰੂਪ ਹੈ, ਉਹਦਾ ਪਾਰ ਨਹੀਂ ਪਾਇਆ ਜਾਂਦਾ। ਅਗੰਮ ਅਗੋਚਰ ਅਲਖ ਅਪੇਵਾ। ਅਲਖ ਦਾ ਮਤਲਬ ਜਿਸ ਦਾ ਰੂਪ ਬਿਆਨ ਨਾ ਕੀਤਾ ਜਾ ਸਕੇ, ਅਵਿਅਕਤ, ਅਪਹੁੰਚ। ਤਾਂ ਗੁਰੂ ਜੀ ਕਹਿੰਦੇ ਨੇ ਜੋ ਪ੍ਰਭੂ ਅਪਹੁੰਚ ਹੈ, ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ, ਜਿਸ ਨੂੰ ਆਪਣੀ ਇਸ ਮੈਂਟੈਲਿਟੀ ਨਾਲ ਵੇਖ ਨਹੀਂ ਸਕਦੇ, ਔਰ ਜਿਸ ਦਾ ਭੇਦ ਨਹੀਂ ਪਾਇਆ ਜਾਂਦਾ। ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਧਿਆਵਹੁ ਗੁਰਮੁਖ ਗਾਤੀ ਜੀਓ। ਗਾਤੀ ਦਾ ਮਤਲਬ ਗਤੀ ਦੇਣ ਵਾਲਾ, ਉੱਚੀ ਆਤਮਿਕ ਅਵਸਥਾ ਦੇਣ ਵਾਲਾ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ। ਜੋ ਦੀਨਾਂ ਤੇ ਦਇਆ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਜੋ ਹਿਰਦੇ ਦੀਆਂ ਗੱਲਾਂ ਨੂੰ ਜਾਣਨ ਵਾਲਾ ਹੈ,
ਗੁਰੂ ਦੀ ਸ਼ਰਣੀ ਪੈ ਕੇ ਉੱਚੀ ਆਤਮਿਕ ਅਵਸਥਾ ਦੇਣ ਵਾਲੇ ਉਸ ਪ੍ਰਭੂ ਦੇ ਗੁਣ ਗਾਓ। ਹਰ ਧਿਆਵੋ ਦਾ ਮਤਲਬ ਉਹਨੂੰ ਧਿਆਨ ਵਿੱਚ ਵਸਾਓ, ਉਹਦੇ ਗੁਣਾਂ ਨੂੰ ਇੰਪਲੀਮੈਂਟ ਕਰੋ। ਗੁਰੂ ਦੇ ਜ਼ਰੀਏ ਜੋ ਉੱਚੀ ਆਤਮਿਕ ਅਵਸਥਾ ਦੇਣ ਵਾਲਾ ਹੈ, ਜੋ ਦੀਨਾਂ ਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਨੂੰ ਪਾਲਣਾ ਕਰਨ ਵਾਲਾ ਹੈ, ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲਾ ਹੈ, ਗੁਰੂ ਦੀ ਸ਼ਰਣੀ ਪੈ ਕੇ ਉੱਚੀ ਆਤਮਿਕ ਅਵਸਥਾ ਦੇਣ ਵਾਲੇ ਪ੍ਰਭੂ ਦੇ ਗੁਣਾਂ ਦੇ ਧਾਰਨੀ ਹੋਵੋ, ਗੁਣਾਂ ਨੂੰ ਇੰਪਲੀਮੈਂਟ ਕਰੋ। ਗੁਰਮੁਖ ਮਦਸੂਦਨ ਨਿਸਤਾਰੇ। ਮਦਸੂਦਨ ਦਾ ਮਤਲਬ ਮਧੂ ਰਾਖਸ਼ਸ ਨੂੰ ਮਾਰਨ ਵਾਲਾ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ। ਗੁਰੂ ਦੀ ਸ਼ਰਣੀ ਪਿਆ ਜੋ ਪ੍ਰਭੂ ਹੈ, ਨਿਸਤਾਰੇ ਦਾ ਮਤਲਬ ਵਿਕਾਰਾਂ ਤੋਂ ਬਚਾ ਲੈਂਦਾ ਹੈ। ਸਾਡੇ ਅੰਦਰ ਰਾਖਸ਼ਸ ਨੇ ਨਾ, ਇਸ ਦੁਨੀਆ ਵਿੱਚ ਰਾਖਸ਼ਸ ਨੇ। ਰਾਖਸ਼ਸ ਦਾ ਮਤਲਬ ਸਿੰਘਾਂ ਵਾਲੇ ਨਹੀਂ। ਅਕਾਮ, ਕ੍ਰੋਧ, ਲੋਭ ਆਦਿਕ ਰਾਖਸ਼ੀ ਬਿਰਤੀਆਂ ਜਿਹੜੀਆਂ ਨੇ, ਜਦੋਂ ਅਸੀਂ ਗੁਰੂ ਦੀ ਸ਼ਰਣੀ ਪੈਂਦੇ ਆ, ਗੁਰੂ ਦੀ ਸ਼ਰਣੀ ਪੈ ਕੇ ਪ੍ਰਭੂ ਦੇ ਗੁਣਾਂ ਨਾਲ ਜੁੜਦੇ ਆ, ਤਾਂ ਉਹ ਸਾਨੂੰ ਇਹਨਾਂ ਰਾਖਸ਼ਾਂ ਤੋਂ ਬਚਾ ਲੈਂਦਾ ਹੈ, ਵਿਕਾਰਾਂ ਤੋਂ ਬਚਾ ਲੈਂਦਾ ਹੈ। ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ। ਕ੍ਰਿਸ਼ਨ ਦਾ ਮਤਲਬ ਪ੍ਰਭੂ, ਮੁਰਾਰੇ ਦਾ ਮਤਲਬ ਮੁਰ ਰਾਖਸ਼ਸ ਨੂੰ ਮਾਰਨ ਵਾਲਾ। ਗੁਰੂ ਦੀ ਸ਼ਰਣੀ ਪਿਆ ਰਾਖਸ਼ੀ ਬਿਰਤੀਆਂ ਨੂੰ ਮਾਰਨ ਵਾਲਾ ਪ੍ਰਭੂ ਸदैव ਦਾ ਸਾਥੀ ਬਣ ਜਾਂਦਾ ਹੈ, ਸੰਗੀ ਬਣ ਜਾਂਦਾ ਹੈ। ਸੰਗੀ ਦਾ ਮਤਲਬ ਸਾਥੀ ਬਣ ਜਾਂਦਾ ਹੈ, ਨਾਲ ਰਹਿਣ ਵਾਲਾ ਬਣ ਜਾਂਦਾ ਹੈ, ਜੋ ਰਾਖਸ਼ੀ ਬਿਰਤੀਆਂ ਨੂੰ ਮਾਰਨ ਵਾਲਾ ਹੈ। ਰਾਖਸ਼ੀ ਬਿਰਤੀਆਂ ਨੂੰ ਮਾਰਨ ਵਾਲਾ ਪ੍ਰਭੂ ਸਾਡਾ ਸਦਾ ਦਾ ਸਾਥੀ ਬਣ ਜਾਂਦਾ ਹੈ ਗੁਰੂ ਦੀ ਸ਼ਰਣੀ ਪਿਆ। ਯਾਨੀ ਜਦੋਂ ਅਸੀਂ ਗੁਰੂ ਅੱਗੇ ਸਮਰਪਿਤ ਹੁੰਦੇ ਆ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀਂਦੇ ਆ, ਆਪਣੀ ਮੱਤ ਨੂੰ ਛੱਡ ਦਿੰਦੇ ਆ, ਉਦੋਂ ਫਿਰ ਰੱਬ ਸਾਡਾ ਸदैवी ਸਾਥੀ ਹੈ। ਰੱਬੀ ਗੁਣ ਸਾਡੇ ਸदैवी ਸਾਥੀ ਬਣ ਜਾਂਦੇ ਨੇ, ਜੋ ਸਾਨੂੰ ਥਾਂ ਪਰ ਥਾਂ ਵਿਕਾਰਾਂ ਤੋਂ ਬਚਾਉਂਦੇ ਨੇ। ਦਇਆਲ ਦਮੋਦਰ ਗੁਰਮੁਖ ਪਾਈਐ, ਹੋਰਤ ਕਿਤੇ ਨਾ ਭਾਂਤੀ ਜੀਓ। ਇਹਨੂੰ ਭਾਤੀ ਨਹੀਂ ਪੜਨਾ, ਭਾਂਤੀ। ਦਇਆਲ ਦਾ ਮਤਲਬ ਦਇਆ ਕਰਨ ਵਾਲਾ, ਦਮੋਦਰ ਦਾ ਮਤਲਬ ਪ੍ਰਭੂ, ਗੁਰਮੁਖ ਪਾਈਏ ਦਾ ਮਤਲਬ ਗੁਰੂ ਦੇ ਜਰੀਏ ਪਾਇਆ ਜਾ ਸਕਦਾ ਹੈ। ਗੁਰੂ ਦੀ ਸ਼ਰਣੀ ਪਿਆ ਹੀ ਪ੍ਰਭੂ ਮਿਲਦਾ ਹੈ। ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਤੇ ਗੁਰੂ ਦੀ ਸ਼ਰਣੀ ਪੈਣ ਦਾ ਮਤਲਬ ਆਪਣੇ ਮਨ ਦੀ ਮੱਤ ਨੂੰ ਛੱਡ ਕੇ ਗੁਰੂ ਦੇ ਮੱਤ ਦੇ ਧਾਰਨੀ ਹੋਣਾ, ਗੁਰੂ ਦੇ ਵਿਜ਼ਨ ਨੂੰ, ਗੁਰੂ ਦੇ ਨਜ਼ਰੀਏ ਨੂੰ, ਗੁਰੂ ਦੀ ਫਿਲਾਸਫੀ ਨੂੰ ਇੰਪਲੀਮੈਂਟ ਕਰਨਾ ਜ਼ਿੰਦਗੀ ਵਿੱਚ। ਇਹੀ ਇੱਕ ਤਰੀਕਾ ਹੈ ਪ੍ਰਭੂ ਨੂੰ ਪਾਉਣ ਦਾ। ਹੋਰਤ ਕਿਤੇ ਨਾ ਭਾਂਤੀ ਜੀਓ। ਹੋਰ ਕਿਸੇ ਤਰੀਕੇ ਦੇ ਨਾਲ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ, ਹੋਰ ਕੋਈ ਤਰੀਕਾ ਨਹੀਂ ਹੈ। ਕਿਹੜਾ ਤਰੀਕਾ ਹੈ? ਤੀਰਥਾਂ ਤੇ ਨਹਾਉਣ ਨਾਲ ਰੱਬ ਮਿਲ ਜਾਏਗਾ। ਸਮਾਧੀਆਂ ਲਾਉਣ ਵਾਲੇ, ਇਹ ਤੇ ਅਸੀਂ ਰੋਜ਼ ਕਿੰਨਾ ਕੁਛ ਰੋਜ਼ ਗਿਣ ਰਹੇ ਹਾਂ। ਪਾਵਨ ਬਾਣੀ ਵਿੱਚ ਪਗ ਉਪੇ ਤਾਣਾ, ਆਪਣਾ ਕੀਆ ਕਮਾਣਾ, ਅਲਮਲ ਖਾਈ, ਸਿਰਛਾਈ ਪਾਈ। ਇਹ ਤਰੀਕੇ ਰੱਬ ਨੂੰ ਪਾਉਣ ਦੇ ਨਹੀਂ ਹਨ, ਇਹ ਤਰੀਕੇ ਸ਼ਾਂਤੀ ਵਾਲੇ ਨਹੀਂ ਹਨ। ਗੁਰੂ ਦੇ ਦੱਸੇ ਰਾਹਾਂ ਤੇ ਚੱਲਣਾ, ਸਰੀਰਕ, ਮਾਨਸਿਕ, ਆਤਮਿਕ, ਬੌਧਿਕ, ਪਰਿਵਾਰਕ, ਵਿਵਹਾਰਕ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ ਤੌਰ ਤੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣਾ ਹੀ ਇੱਕੋ ਇੱਕ ਢੰਗ ਹੈ, ਹੋਰ ਕੋਈ ਰਾਹ ਨਹੀਂ ਹੈ। ਨਿਰਹਾਰੀ ਕੇਸ਼ਵ ਨਿਰਵੈਰਾ। ਨਿਰਹਾਰੀ ਦਾ ਮਤਲਬ ਜਿਹਨੂੰ ਕਿਸੇ ਖੁਰਾਕ ਦੀ ਲੋੜ ਨਹੀਂ। ਕੇਸ਼ਵ ਦਾ ਮਤਲਬ ਸੋਹਣੇ ਕੇਸਾਂ ਵਾਲਾ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਪ੍ਰਭੂ ਨਿਰਵੈਰ ਹੈ ਔਰ ਨਿਰਾਹਾਰੀ ਹੈ, ਉਹਨੂੰ ਕਿਸੇ ਖੁਰਾਕ ਦੀ ਲੋੜ ਨਹੀਂ। ਹੈ ਹੀ ਨਿਰਾਹਾਰ, ਕੁਛ ਖਾਂਦਾ ਹੀ ਨਹੀਂ। ਕਿਉਂਕਿ ਸਾਡੇ ਵਰਗਾ ਜੇ ਸਰੀਰਧਾਰੀ ਹੋਵੇ ਤੇ ਖਾਏ ਨਾ। ਹੁਣ ਇੱਕ ਪਾਸੇ ਤਾਂ ਗੁਰਬਾਣੀ ਵਿੱਚ ਪ੍ਰਭੂ ਨੂੰ ਨਿਰਾਹਾਰੀ ਜਾਂ ਨਿਰਹਾਰੀ ਕਹਿ ਰਹੇ ਨੇ, ਤੇ ਅਸੀਂ ਕਹਿੰਦੇ ਆ ਕਿ ਰੱਬ ਨੂੰ ਅਸੀਂ ਭੋਜਨ ਖਵਾਉਣਾ, ਅਸੀਂ ਤੇ ਖੀਰ ਖਵਾਣੀ, ਪਕੌੜਿਆਂ ਨੂੰ ਭੋਗ ਲਵਾਉਣਾ। ਆਮ ਲੋਕ ਹੀ ਕਰ ਰਹੇ ਨੇ, ਤੇ ਗੁਰੂ ਜੀ ਕਹਿੰਦੇ ਨੇ ਉਹਨੂੰ ਭੋਜਨ ਦੀ ਲੋੜ ਹੀ ਨਹੀਂ, ਕੁਛ ਖਾਂਦਾ ਹੀ ਨਹੀਂ, ਇਹੋ ਜਿਹੀਆਂ ਖੁਰਾਕਾਂ ਦੀ ਲੋੜ ਨਹੀਂ ਹੈ। ਨਿਰਵੈਰ ਹੈ ਉਹ, ਵੈਰ ਤੋਂ ਰਹਿਤ। ਕੋਟ ਜਨਾ ਜਾ ਕੇ ਪੂਜੇ ਪੈਰਾ। ਕਰੋੜਾਂ ਲੋਕ ਉਹਦੇ ਪੈਰ ਪੂਜਦੇ ਨੇ, ਚਰਨੀ ਪੈਂਦੇ ਨੇ, ਮਤਲਬ ਕਿ ਉਹਦੇ ਹੁਕਮ ਦੇ ਅੰਦਰ ਚੱਲ ਰਹੇ ਨੇ ਕਰੋੜਾਂ ਲੋਕ। ਹੁਕਮ ਤੋਂ ਬਾਹਰ ਚੱਲ ਹੀ ਨਹੀਂ ਸਕਦੇ, ਰੱਬੀ ਕੁਦਰਤ ਦੇ ਨਿਯਮਾਂ ਤੋਂ ਬਾਹਰ ਚੱਲ ਹੀ ਨਹੀਂ ਸਕਦੇ। ਗੁਰਮੁਖ ਹਿਰਦੈ ਜਾ ਕੇ ਹਰ ਹਰ, ਸੋਈ ਭਗਤ ਇਕਾਂਤੀ ਜੀਓ। ਇਕਾਂਤੀ ਦਾ ਮਤਲਬ ਅਨਿੰਨ, ਅਨਿੰਨ। ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿੱਚ, ਜਿਹਦੀ ਸੋਚ ਦੇ ਅੰਦਰ ਰੱਬ ਵਸ ਜਾਂਦਾ ਹੈ,
ਜਿਹਦੀ ਸੋਚ ਅੰਦਰ ਰੱਬੀ ਗੁਣ ਵਸ ਜਾਂਦੇ ਨੇ, ਉਹ ਪ੍ਰਭੂ ਦਾ ਅਨੰਨ ਭਗਤ ਹੈ, ਉਹ ਪ੍ਰਭੂ ਦਾ ਮਹਾਨ ਭਗਤ ਹੈ। ਉਹਨੂੰ ਅਸੀਂ ਭਗਤ ਕਹਿ ਸਕਦੇ ਹਾਂ। ਭਗਤ ਦਾ ਮਤਲਬ ਚੋਲੇ ਪਾ ਲੈਣਾ ਨਹੀਂ, ਭਗਤ ਦਾ ਮਤਲਬ ਮਾਲਾ ਫੇਰ ਲੈਣਾ ਨਹੀਂ। ਗੁਰੂ ਦੇ ਜਰੀਏ ਜਿਹਦੇ ਹਿਰਦੇ ਅੰਦਰ, ਹਿਰਦੇ ਦਾ ਮਤਲਬ ਮੈਂਟੈਲਿਟੀ, ਸੋਚ ਦੇ ਅੰਦਰ ਰੱਬ ਦੇ ਗੁਣ ਵਸ ਜਾਂਦੇ ਨੇ, ਜੋ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦਾ ਹੈ, ਉਹ ਅਨੰਨ ਭਗਤ ਹੈ, ਉਹਨੂੰ ਭਗਤ ਕਿਹਾ ਜਾ ਸਕਦਾ। ਅਮੋਘ ਦਰਸ਼ਨ ਬੇਅੰਤ ਅਪਾਰਾ। ਅਮੋਘ ਦਾ ਮਤਲਬ ਨਾ ਖੁੰਝਣ ਵਾਲਾ, ਜਿਹੜਾ ਫਲ ਜ਼ਰੂਰ ਦਿੰਦਾ ਹੈ। ਬੇਅੰਤ ਦਾ ਮਤਲਬ ਅੰਤ ਤੋਂ ਪਰੇ। ਪ੍ਰਭੂ ਦਾ ਦਰਸ਼ਨ ਮਨ ਇੱਛਿਤ ਫਲ ਜ਼ਰੂਰ ਦਿੰਦਾ ਹੈ, ਉਹਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਹੁਣ ਪ੍ਰਭੂ ਦਾ ਜੋ ਦਰਸ਼ਨ ਹੈ ਨਾ, ਇਹ ਸਾਨੂੰ ਫਲ ਦੇਣ ਵਾਲਾ ਹੈ। ਤੇ ਫਲ ਕਿਹੜੇ? ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬੈਠੇ ਬੈਠੇ ਕਾਰ ਮੰਗਾਂਗੇ ਤੇ ਰੱਬ ਸਾਨੂੰ ਕਾਰ ਦੇ ਦੇਗਾ। ਜੇ ਅਸੀਂ ਬੈਠੇ ਬੈਠੇ ਕੋਠੀ ਮੰਗਾਂਗੇ ਤੇ ਕੰਮ ਨਾ ਕਰੀਏ ਤੇ ਰੱਬ ਸਾਨੂੰ ਕੋਠੀ ਦੇ ਦੇਗਾ, ਐਵੇਂ ਨਹੀਂ। ਸਾਡੇ ਮਨ ਇੱਛਿਤ ਫਲ ਕੀ ਨੇ? ਸਾਡੇ ਮਨ ਇੱਛਿਤ ਫਲ ਕੀ ਨੇ? ਕਿ ਸਾਨੂੰ ਸੁੱਖ ਮਿਲੇ, ਸਾਨੂੰ ਮਾਣ ਮਿਲੇ ਔਰ ਸਤਿਕਾਰ ਮਿਲੇ। ਚਾਰ ਕੁ ਗੱਲਾਂ ਨੇ ਜਿੱਥੇ ਜਾ ਕੇ ਬੰਦਾ ਸ਼ਾਂਤ ਹੋ ਜਾਂਦਾ ਹੈ। ਸਭ ਤੋਂ ਪਹਿਲੀ ਲੋੜ ਸਾਡੀ ਹੈ ਸਰੀਰਕ, ਯਾਨੀ ਸਾਨੂੰ ਰੋਟੀ, ਕੱਪੜਾ ਔਰ ਮਕਾਨ ਚਾਹੀਦਾ ਹੈ। ਰੋਟੀ, ਕੱਪੜਾ ਔਰ ਮਕਾਨ ਚਾਹੀਦਾ ਹੈ। ਤੇ ਜਦੋਂ ਅਸੀਂ ਰੱਬੀ ਸ਼ਰਨ ਵਿੱਚ ਆਉਨੇ ਆ ਨਾ, ਰੱਬ ਦੇ ਹੁਕਮ ਨੂੰ ਸਮਝਦੇ ਆ, ਗੁਰੂ ਦੀ ਪਾਵਨ ਬਾਣੀ ਨੂੰ ਸਮਝਦੇ ਆ, ਤਾਂ ਰੱਬ ਸਾਨੂੰ ਰੋਟੀ, ਕੱਪੜਾ ਔਰ ਮਕਾਨ ਦਿੰਦਾ ਹੈ। ਇਹ ਨਹੀਂ ਵੀ ਕੋਠੀ ਬਣਾ ਕੇ ਸਾਨੂੰ ਪੇਪਰ ਫੜਾ ਦਿੰਦਾ ਪਿਆ ਤੁਹਾਡੀ ਕੋਠੀ। ਅਸੀਂ ਫਿਰ ਕਿਰਤ ਕਰਦੇ ਹਾਂ, ਸਾਨੂੰ ਸਮਝ ਆਉਂਦੀ ਹੈ ਕਿ ਕਿਰਤ ਕਰਾਂਗੇ ਤਾਂ ਰੋਟੀ, ਕੱਪੜੇ, ਮਕਾਨ ਦੀਆਂ ਲੋੜਾਂ ਅਸੀਂ ਪੂਰੀਆਂ ਕਰ ਸਕਦੇ ਹਾਂ। ਇਹ ਗਿਆਨ ਮਿਲੇਗਾ ਨਾ ਰੱਬ ਕੋਲ, ਸਾਡਾ ਇਹ ਫਲ ਸਾਨੂੰ ਮਿਲੇਗਾ, ਸਾਨੂੰ ਇਹ ਦਾਤਾਂ ਮਿਲਣਗੀਆਂ ਔਰ ਸਾਨੂੰ ਸਰੀਰਕ ਸੁੱਖ ਮਿਲੇਗਾ ਜਦੋਂ ਅਸੀਂ ਕਿਰਤ ਕਰਕੇ ਰੋਟੀ, ਕੱਪੜਾ, ਮਕਾਨ ਪੈਦਾ ਕਰਾਂਗੇ। ਪਰ ਰੋਟੀ, ਕੱਪੜਾ, ਮਕਾਨ ਪੈਦਾ ਹੋਣ ਦੇ ਨਾਲ ਸੁੱਖ ਤਾਂ ਨਹੀਂ ਨਾ ਮਿਲ ਜਾਣਾ ਪੂਰਨ ਤੌਰ ਤੇ, ਸਰੀਰਕ ਸੁੱਖ ਮਿਲੇਗਾ। ਕਈ ਲੋਕ ਨੇ ਜਿਨ੍ਹਾਂ ਦੇ ਕੋਲ ਪੈਸਾ ਬਹੁਤ ਹੈ, ਮਕਾਨ ਵੱਡੇ ਵੱਡੇ ਨੇ, ਪਰ ਉਹ ਸ਼ਾਂਤ ਨਹੀਂ। ਉਹਨਾਂ ਤੋਂ ਪੁੱਛੀ ਕੀ ਤਕਲੀਫ ਹੈ, ਉਹ ਕਹਿੰਦੇ ਯਾਰ ਮੇਰੇ ਕੋਲ ਨਾ ਪੜ੍ਹਾਈ ਨਹੀਂ, ਕਾਸ਼ ਮੈਂ ਪੜ੍ਹਿਆ ਹੁੰਦਾ, ਕਾਸ਼ ਮੈਂ ਪੜ੍ਹਿਆ ਹੁੰਦਾ, ਪੈਸਾ ਤਾਂ ਬਹੁਤ ਹੈ ਪਰ ਪੜ੍ਹਿਆ ਨਹੀਂ। ਇਹਦਾ ਮਤਲਬ ਬੌਧਿਕ ਸੁੱਖ ਉਦੋਂ ਮਿਲਦਾ ਹੈ ਜਦੋਂ ਬੰਦੇ ਦੇ ਕੋਲ ਗਿਆਨ ਹੋਵੇ। ਤਾਂ ਜਦੋਂ ਅਸੀਂ ਗੁਰਬਾਣੀ ਮੁਤਾਬਕ ਚੱਲਾਂਗੇ ਤਾਂ ਸਾਨੂੰ ਗਿਆਨ ਦੇ ਵਿੱਚ ਜਿੰਨਾ ਮਰਜ਼ੀ ਅਸੀਂ ਵਾਧਾ ਕਰ ਸਕਦੇ ਹਾਂ, ਜਿੰਨਾ ਮਰਜ਼ੀ ਗਿਆਨ ਸਿੱਖ ਲਓ। ਗਿਆਨ ਸਿੱਖਣ ਦੀ ਕੋਈ ਉਮਰ ਨਹੀਂ, ਕਿਸੇ ਵੀ ਉਮਰ ਦੇ ਅੰਦਰ ਤੁਸੀਂ ਪੜ੍ਹ ਸਕਦੇ ਹੋ। ਸਾਡੇ ਲੋਕਾਂ ਵਿੱਚ ਪੜ੍ਹਨ ਦੀ ਥੋੜੀ ਬਿਰਤੀ ਘੱਟ ਹੈ। ਤੁਸੀਂ ਆ ਸਟੋਰਾਂ ਤੇ ਦੇਖੋਗੇ ਨਾ, ਕਿਤੇ ਸ਼ਾਪਿੰਗ ਕਰਨ ਜਾਓ ਵੱਡੇ ਵੱਡੇ ਸਟੋਰਾਂ ਤੇ ਮੈਂ ਨਾ ਕਈ ਗੋਰੇ ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਬਜ਼ੁਰਗਾਂ ਨੂੰ ਵੇਖਣਾ ਕਿ ਜਿੱਥੇ ਉਹਨਾਂ ਦੀ ਰੇਹੜੀ ਸਮਾਨ ਚ ਭਰੀ ਹੁੰਦੀ ਨਾ, 90-90 ਸਾਲ ਦੇ, ਉਹਨਾਂ ਕਿਤਾਬ ਖਰੀਦੀ ਹੁੰਦੀ ਇੱਕ ਅੱਧੀ, ਪਤਾ ਨਹੀਂ ਕੱਲ ਨੂੰ ਮਰ ਜਾਣਾ ਇੱਕ ਪਰਸੋਂ ਨੂੰ, ਲੇਕਿਨ ਕਿਤਾਬ ਲੈ ਕੇ ਜਾ ਰਹੇ ਨੇ, ਅਖੀਰ ਵਿੱਚ ਵੀ ਪੜ੍ਹਨਾ ਚਾਹੁੰਦੇ ਨੇ। ਤਾਂ ਗਿਆਨ ਹਾਸਲ ਕਰਨ ਦੀ ਕੋਈ ਏਜ ਨਹੀਂ ਹੈ। ਸਾਡੇ ਗੁਰਦੁਆਰੇ ਸਾਹਿਬਾਨ ਦੇ ਵਿੱਚ ਕਿੰਨੀਆਂ ਸਾਰੀਆਂ ਲਾਇਬ੍ਰੇਰੀਆਂ ਨੇ। ਮੈਨੂੰ ਨਹੀਂ ਪਤਾ ਤੁਹਾਡੇ ਕਲਾਸ ਵਾਲੇ ਵੀਰਾਂ ਚੋਂ ਕਿੰਨੇ ਵੀਰ ਭੈਣਾਂ ਐਸੇ ਨੇ ਜਿਹੜੇ ਲਾਇਬ੍ਰੇਰੀ ਚੋਂ ਕਿਤਾਬ ਲਿਆਉਂਦੇ ਨੇ ਤੇ ਹਫ਼ਤੇ ਵਿੱਚ ਪੜ੍ਹ ਕੇ ਵਾਪਸ ਦੇ ਕੇ ਦੂਜੀ ਕਿਤਾਬ ਲੈ ਆਉਂਦੇ ਨੇ। ਮੈਨੂੰ ਨਹੀਂ ਪਤਾ ਤੁਹਾਡੇ ਵਿੱਚੋਂ ਕਿੰਨੇ ਵੀਰ ਭੈਣਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਟੀਕਾ ਪੜ੍ਹਿਆ। ਮੇਰੇ ਕਹਿਣ ਦਾ ਮਤਲਬ ਕਿ ਸਾਡੇ ਬਹੁ ਗਿਣਤੀ ਦੇ ਅੰਦਰ ਪੜ੍ਹਨ ਦੀ ਬਿਰਤੀ ਨਹੀਂ ਹੈ। ਤਾਂ ਗਿਆਨ ਸਾਨੂੰ ਮਿਲੇਗਾ, ਜਿੰਨਾ ਮਰਜ਼ੀ ਗਿਆਨ ਪੜ੍ਹ ਲਓ, ਬੌਧਿਕ ਸੁੱਖ ਮਿਲੇਗਾ। ਹੁਣ ਕਈ ਲੋਕ ਨੇ, ਉਹਨਾਂ ਕੋਲ ਗਿਆਨ ਵੀ ਹੈ, ਪੈਸਾ ਵੀ ਹੈ, ਪਰ ਉਹ ਵੀ ਸ਼ਾਂਤ ਨਹੀਂ, ਬੜੇ ਦੁਖੀ ਨੇ। ਉਹਨਾਂ ਨੂੰ ਪੁੱਛੇ ਵੀ ਤੁਹਾਨੂੰ ਕੀ ਤਕਲੀਫ ਹੈ, ਤੇ ਉਹ ਇੱਕ ਬੜੀ ਸੱਚੀ ਤਕਲੀਫ ਦੱਸਦੇ ਨੇ, ਜਿਹੜੀ ਮੈਨੂੰ ਵੀ ਹੈ ਤੇ ਤੁਹਾਨੂੰ ਵੀ ਹੈ, ਸਾਰਿਆਂ ਨੂੰ, 99% ਲੋਕਾਂ ਨੂੰ। ਉਹ ਕਹਿੰਦੇ ਨੇ ਪੈਸਾ ਵੀ ਬਹੁਤ ਹੈ, ਗਿਆਨ ਵੀ ਬਹੁਤ ਹੈ, ਪਰ ਇਹ ਦੁਨੀਆ 'ਚੋਂ ਮੈਨੂੰ ਸੱਚਾ ਪਿਆਰ ਨਹੀਂ ਮਿਲਿਆ, ਮੈਨੂੰ ਸਤਿਕਾਰ ਨਹੀਂ ਮਿਲਿਆ। ਔਰ ਹਕੀਕਤ ਹੈ, ਇਹ ਦੁਨੀਆ ਦੇ ਵਿੱਚ ਸੱਚਾ ਪਿਆਰ ਹੈ ਵੀ ਨਹੀਂ, ਬਹੁਤ ਘੱਟ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਓ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਕਿਤੇ ਨਾ ਕਿਤੇ ਗੜਬੜ ਦਿਸ ਰਹੀ ਹੈ, ਸਵਾਰਥ ਦਿਸ ਰਿਹਾ। ਹੁਣ ਸੱਚਾ ਪਿਆਰ ਔਰ ਸਤਿਕਾਰ ਕਿਵੇਂ ਮਿਲੇਗਾ? ਹੁਣ ਮੈਂ ਤੁਹਾਨੂੰ ਕਲਾਸ ਵਾਲਿਆਂ ਨੂੰ ਕਹਾਂ ਕਿ ਮੇਰਾ ਸਤਿਕਾਰ ਕਰੋ, ਤੇ ਜੇ ਮੇਰੇ ਅੱਗੇ ਤੁਸੀਂ ਸਵਾਲ ਕਰਦੇ ਹੋ ਕਿ ਭਾਈ ਸਾਹਿਬ ਤੁਹਾਡੇ ਵਿੱਚ ਕੁਆਲਿਟੀ ਕਿਹੜੀ ਹੈ ਜਿਸ ਕਰਕੇ ਤੁਹਾਡਾ ਸਤਿਕਾਰ ਕਰੀਏ, ਕਿਹੜੀ ਖੋਜ ਕੀਤੀ ਹੈ ਤੁਸੀਂ ਸਮਾਜ ਵਾਸਤੇ, ਤੁਹਾਡੀ ਸਮਾਜ ਨੂੰ ਦੇਣ ਕੀ ਹੈ,
ਤਾਂ ਦੇਣ ਤੇ ਮੇਰੀ ਕੋਈ ਵੀ ਨਹੀਂ। ਮੈਂ ਤੇ ਤੁਹਾਨੂੰ ਕਦੇ ਚਾਹ ਦਾ ਕੱਪ ਵੀ ਬਣਾ ਕੇ ਨਹੀਂ ਪਿਆ, ਤੇ ਸਤਿਕਾਰ ਮੇਰਾ ਕਾਹਦਾ ਕਰੋਗੇ? ਮੇਰੇ ਚ ਕੁਆਲਿਟੀ ਕਿਹੜੀ ਹੈ? ਪਿਆਰ ਮੇਰੇ ਨਾਲ ਕਰੋ ਵੀ ਕਿਹੜੀ ਕੁਆਲਿਟੀ ਹੈ ਤੇਰੇ ਵਿੱਚ। ਤਾਂ ਜੇ ਅਸੀਂ ਦੁਨੀਆ ਚੋਂ ਪਿਆਰ ਔਰ ਸਤਿਕਾਰ ਪਾਣਾ ਚਾਹੁੰਦੇ ਹਾਂ ਤਾਂ ਆਪਣੀ ਮੈਂਟੈਲਿਟੀ ਨੂੰ ਸੁਧਾਰੋ। ਵਿੱਚ ਦੁਨੀਆ ਸੇਵ ਕਮਾਈ ਹੈ, ਲੋਕਾਂ ਦਾ ਸਹਿਯੋਗ ਕਰੋ, ਆਪਣੀ ਜ਼ਬਾਨ ਵਿੱਚ ਮਿਠਾਸ ਪੈਦਾ ਕਰੋ। ਜਦੋਂ ਲੋਕਾਂ ਨਾਲ ਪਿਆਰ ਔਰ ਸਤਿਕਾਰ ਕਰੋਗੇ, ਤੁਹਾਨੂੰ ਪਿਆਰ ਤੇ ਸਤਿਕਾਰ ਮਿਲੇਗਾ। ਤੇ ਚੌਥੇ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਵੀ ਪੈਸਾ ਵੀ ਹੈ, ਡਿਗਰੀਆਂ ਵੀ ਹੈ ਨੇ, ਮੈਨੂੰ ਘਰੋਂ ਪਿਆਰ ਵੀ ਮਿਲਦਾ ਹੈ, ਬੱਚੇ ਨੂੰਹਾਂ ਪੁੱਤਰ ਪੋਤਰੀਆਂ ਪਿਆਰ ਕਰਦੇ ਨੇ, ਰਿਸ਼ਤੇਦਾਰ ਸਤਿਕਾਰ ਕਰਦੇ ਨੇ, ਪਰ ਫਿਰ ਵੀ ਪਤਾ ਨਹੀਂ ਜ਼ਿੰਦਗੀ ਇੰਝ ਹੈ ਜਿਵੇਂ ਖਾਲੀ ਹੈ, ਕੁਝ ਵੀ ਨਹੀਂ। ਐਸੇ ਲੋਕਾਂ ਦੇ ਅੰਦਰ ਜਾਂ ਇਨਫੀਰੀਓਰਿਟੀ ਕੰਪਲੈਕਸ ਹੁੰਦੀ ਹੈ ਜਾਂ ਸੁਪਰੀਓਰਿਟੀ ਕੰਪਲੈਕਸ ਹੁੰਦਾ ਹੈ, ਜਿਹਨੂੰ ਅਸੀਂ ਹਉਮੈ ਕਹਿ ਦਿੰਦੇ ਹਾਂ। ਤਾਂ ਜਦੋਂ ਤੁਸੀਂ ਹਉਮੈ ਨੂੰ, ਇਨਫੀਰੀਓਰਿਟੀ ਕੰਪਲੈਕਸ ਔਰ ਸੁਪਰੀਓਰਿਟੀ ਕੰਪਲੈਕਸ ਨੂੰ ਖਤਮ ਕਰ ਦਿੰਦੇ ਹੋ, ਤੁਸੀਂ ਪੂਰਨ ਆਨੰਦਿਤ ਹੋ ਜਾਂਦੇ ਹੋ। ਤਾਂ ਇਹਨੂੰ ਗੁਰੂ ਜੀ ਕਹਿੰਦੇ ਨੇ ਅਮੋਘ ਦਰਸ਼ਨ ਬੇਅੰਤ ਅਪਾਰਾ। ਪ੍ਰਭੂ ਦਾ ਜੋ ਦਰਸ਼ਨ ਹੈ, ਉਹਦਾ ਜੋ ਦੀਦਾਰ ਕਰਨਾ ਹੈ, ਉਹਦੀ ਜੋ ਫਿਲਾਸਫੀ ਹੈ, ਉਹਦੇ ਜੋ ਹੁਕਮ ਦੇ ਅੰਦਰ ਰਹਿਣਾ ਹੈ, ਉਹ ਫਲ ਦੇਣ ਵਾਲਾ ਹੈ, ਤੁਹਾਨੂੰ ਸ਼ਾਂਤੀ ਦੇਵੇਗਾ। ਵੱਡ ਸਮਰੱਥ ਸਦਾ ਦਾਤਾਰਾ, ਉਹ ਸਦਾ ਹੀ ਦਾਤਾਂ ਦੇਣ ਵਾਲਾ ਹੈ, ਖੋਂਦਾ ਨਹੀਂ, ਉਹ ਦਿੰਦਾ ਹੈ। ਬੜੀ ਵੱਡੀ ਤਾਕਤ ਵਾਲਾ ਹੈ, ਸਰਬ ਸ਼ਕਤੀਮਾਨ ਹੈ। ਤੇ ਯਾਦ ਰੱਖਣਾ, ਉਹ ਸਰਬ ਸ਼ਕਤੀਮਾਨ ਤੁਹਾਡੇ ਸਾਰਿਆਂ ਦੇ ਅੰਦਰ ਬੈਠਾ ਹੈ, ਤੁਸੀਂ ਉਹਦਾ ਹੀ ਰੂਪ ਹੋ। ਗੁਰਮੁਖ ਨਾਮ ਜਪੀਐ ਤਿਤ ਤਰੀਐ, ਗਤ ਨਾਨਕ ਵਿਰਲੀ ਜਾਤੀ ਜੀਓ। ਇੱਥੇ ਜਾਤੀ ਦਾ ਮਤਲਬ ਹੈ ਜਾਣਨਾ, ਗਤ ਦਾ ਮਤਲਬ ਉੱਚੀ ਆਤਮਿਕ ਅਵਸਥਾ, ਤਿਤ ਦਾ ਮਤਲਬ ਉਹਦੀ ਰਾਹੀਂ, ਗੁਰਮੁਖ ਦਾ ਮਤਲਬ ਗੁਰੂ ਦੇ ਜਰੀਏ, ਗੁਰੂ ਦੀ ਸ਼ਰਨੀ ਪੈ ਕੇ। ਨਾਮ ਜਪੀਐ, ਹੁਣ ਨਾਮ ਜਪਣ ਦਾ ਮਤਲਬ ਕੀ ਹੈ? ਜਪ ਦਾ ਮਤਲਬ ਹੁੰਦਾ ਹੈ ਜਾਣਨਾ। ਜਪ ਦਾ ਮਤਲਬ ਜਾਣਨਾ, ਸਾਂਝ ਪਾਣੀ। ਤੇ ਨਾਮ ਦਾ ਮਤਲਬ ਰੱਬ ਦੇ ਗੁਣ, ਰੱਬ ਦਾ ਹੁਕਮ। ਗੁਰਮੁਖ ਨਾਮ ਜਪੀਏ, ਗੁਰਮੁਖ ਨਾਮ ਜਪੀਏ ਦਾ ਮਤਲਬ ਗੁਰੂ ਦੀ ਸ਼ਰਨੀ ਪੈ ਕੇ, ਆਪਣੀ ਮੱਤ ਨੂੰ ਛੱਡ ਕੇ, ਗੁਰੂ ਦੀ ਮੱਤ ਦੇ ਧਾਰਨੀ ਬਣ ਕੇ ਰੱਬੀ ਗੁਣਾਂ ਦੇ ਨਾਲ ਸਾਂਝ ਪਾਈਏ। ਨਾਮ ਜਪੀਏ ਦਾ ਮਤਲਬ ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰੀਏ। ਤਿਤ ਤਰੀਏ, ਤਾਂ ਤੁਸੀਂ ਤਰੋਗੇ, ਤਾਂ ਤੁਸੀਂ ਵਿਕਾਰਾਂ ਤੋਂ ਬਚੋਗੇ। ਗਤ ਨਾਨਕ ਵਿਰਲੀ ਜਾਤੀ ਜੀਓ, ਵਿਰਲੀ ਦਾ ਮਤਲਬ ਵਿਰਲਿਆਂ ਨੇ। ਇਹ ਉੱਚੀ ਆਤਮਿਕ ਅਵਸਥਾ, ਇਹ ਉੱਚੀ ਸੋਚ ਕਿਸੇ ਵਿਰਲੇ ਨੇ ਜਾਣੀ ਹੈ, ਸਾਰਿਆਂ ਨੇ ਨਹੀਂ। ਜਦੋਂ ਅਸੀਂ ਗੱਲਾਂ ਸੁਣਦੇ ਹਾਂ ਨਾ, ਕਰਦੇ ਹਾਂ, ਤਾਂ ਸਮਝ ਆ ਜਾਂਦੀ ਨਾ ਵੀ ਇਹ ਗੱਲ ਤੇ ਕਿਸੇ ਵਿਰਲੇ ਨੇ ਜਾਣੀ ਹੈ। ਬਾਕੀ ਆ ਭਗਤੀ ਬੰਦਗੀ ਜਿਹੜੀ ਲੋਕ ਕਰ ਰਹੇ ਨੇ, ਮਾਲਾ ਮੂਲਾ ਫੇਰਨੀਆਂ, ਤੇ ਲੋਕ ਪਾਈ ਫਿਰਦੇ ਨਿਰੇ ਠਾਂ ਠਾਂ ਮਣਕੇ ਤੇ ਮਣਕੇ ਠੋਕ ਰਹੇ ਨੇ, ਤੀਰਥਾਂ ਤੇ ਲੋਕ ਫਿਰ ਰਹੇ ਨੇ, ਜਾਂ ਦੂਜੇ ਕਰਮ ਜਿਹੜੇ ਨੇ ਉਹ ਤੇ ਸਾਰੇ ਹੀ ਕਰੀ ਜਾ ਰਹੇ ਨੇ। ਇਸ ਗੱਲ ਨੂੰ ਕਿਸੇ ਵਿਰਲੇ ਨੇ ਸਮਝਿਆ ਕਿ ਗੁਰੂ ਦੀ ਸ਼ਰਨੀ ਪੈ ਕੇ ਰੱਬੀ ਗੁਣਾਂ ਨੂੰ ਜਦੋਂ ਅਸੀਂ ਇੰਪਲੀਮੈਂਟ ਕਰਦੇ ਹਾਂ, ਮਨ ਬਚਨ ਔਰ ਕਰਮ ਕਰਕੇ, ਤਾਂ ਫਿਰ ਅਸੀਂ ਵਿਕਾਰਾਂ ਤੋਂ ਬਚ ਜਾਂਦੇ ਹਾਂ, ਵਿਕਾਰਾਂ ਤੋਂ ਸਾਡੀ ਖਲਾਸੀ